ਸਟੇਬਲ ਨਹੀਂ, ਉਹਦਾ ਪਤਾ ਨਹੀਂ ਕਦ ਉਹ ਐਵੇਂ ਡਿੱਗ ਪਵੇ। ਇਹਨਾਂ ਤਿੰਨਾਂ ਦਾ ਬੈਲੈਂਸ ਬਰਾਬਰ ਸਾਨੂੰ ਰੱਖਣਾ ਪੈਣਾ। ਰਹਿਤ ਵਿੱਚ ਪੂਰੀ ਕੜਾਈ, ਪੂਰਾ ਪਹਿਰਾ, ਸਿਮਰਨ ਵੀ ਜ਼ਰੂਰੀ ਹੈ ਅਤੇ ਨਿਤਨੇਮ ਵੀ। ਨਿਤਨੇਮ ਗਾਹਾਂ ਵਧਾ ਲਓ ਜਿੰਨਾ ਮਰਜ਼ੀ। ਅਸੀਂ ਨਾਮ ਨੂੰ ਛੱਡੀ ਜਾ ਰਹੇ ਹਾਂ, ਜੋ ਮੈਂ ਦੇਖਿਆ ਖਾਸ ਕਰ ਸਾਡੇ ਬੱਚੇ। ਔਰ ਗੁੱਸਾ ਨਾ ਕਰਨਾ, ਵਿੱਚ ਮੇਰੇ ਵਰਗੇ ਵੱਡੇ ਵੀ, ਮੈਂ ਵੀ ਵਿੱਚੇ ਸ਼ਾਮਲ ਹਾਂ। ਅਸੀਂ ਨਾਮ ਤੋਂ ਬੇਸਲੇ ਦਿਨ ਬਾ ਦਿਨ ਹੋ ਰਹੇ ਹਾਂ। ਟੋਰਾਂਟੋ ਦੱਸ ਗਿਆ, ਇੱਕ ਬੀਬੀ ਕਹਿੰਦੀ ਮੈਨੂੰ ਕਿ ਮੇਰਾ ਘਰ ਚਲੋ। ਮੈਂ ਕਿਹਾ ਨਹੀਂ, ਕਹਿੰਦੀ ਨਹੀਂ ਚਾਰਨ ਪਾਓ। ਮੈਂ ਕਿਹਾ ਇਹ ਗੱਲ ਪਹਿਲਾਂ ਤਾਂ ਤੂੰ ਇਹੀ ਗਲਤ ਬੋਲ ਰਹੀ ਹਾਂ। ਚਾਰਨ ਗੁਰੂ ਕੇ ਆ ਸਾਡੇ ਨਾਲ। ਮੇਰੇ ਚਾਰਨ ਜਿਹੜੀ ਤੂੰ ਕਹਿੰਦੀ ਆ ਪਸ਼ੂਆਂ ਦੇ ਖੁਰ ਚੰਗੇ ਮੇਰੇ ਨਾਲੋਂ। ਉਹ ਕਦੇ ਮੀਂਹ ਕੀਣੀ ਦੇ ਵਿੱਚ ਤਿਲਕਦਾ ਨਹੀਂ। ਮੈਂ ਤਾਂ ਇੰਨੇ ਕੁ ਪਾਣੀ ਵਿੱਚ ਝੱਟ ਮੇਰਾ ਪੈਰ ਤਿਲਕ ਜਾਂਦਾ, ਮੈਂ ਕਿੱਥੋਂ ਚੰਗਾ ਹੋਈ। ਸਾਡੇ ਪੈਰ ਝੱਟ ਫਿਸਲ ਸਕਦੇ ਆ। ਇੰਨੀ ਕੁ ਤਿਲਕਣਬਾਜ਼ੀ ਕੀ, ਮਾਇਆ ਨੂੰ ਬਲ ਦੇਖ ਕੇ, ਦੁਨੀਆ ਸੰਸਾਰ ਦੇ ਰੰਗਾਂ ਰੂਪਾਂ ਨੂੰ ਦੇਖ ਕੇ ਅਸੀਂ ਕਦੀ ਵੀ ਤਿਲਕ ਸਕਦੇ ਹਾਂ। ਉਸ ਤਿਲਕਣ ਤੋਂ ਬਚਣ ਲਈ ਗੁਰੂ ਲੱਗੇ ਅੱਗੇ ਹਮੇਸ਼ਾ ਅਰਦਾਸ ਰੱਖਣੀ। ਚਲੋ ਮੈਂ ਚਲੇ ਗਿਆ ਕਿ ਭਾਵਨਾ ਦੇ ਆਧਾਰ 'ਤੇ ਫਤਿਹ ਬੁਲਾਈ, ਪਿਆਰ ਦਿੱਤਾ, ਸੀਸ ਵੀ ਦਿੱਤੀ। ਕਿ ਫਿਰ ਉਹਨਾਂ ਨੇ ਇੱਕੋ ਗੱਲ ਪੁੱਛੀ ਕਿ ਨਿਤਨੇਮ ਅੰਮ੍ਰਿਤ ਵੇਲਾ ਸਾਂਭ ਹੋ ਜਾਂਦਾ? ਹਾਂਜੀ ਹੋ ਜਾਂਦਾ। ਸ਼ਾਬਾਸ਼। ਫਿਰ ਉਸ ਤੋਂ ਬਾਅਦ ਕਿ ਨਿਤਨੇਮ ਪੂਰਾ ਹੋ ਜਾਂਦਾ? ਹਾਂਜੀ ਹੋ ਜਾਂਦਾ। ਫਿਰ ਮੈਂ ਕਿਹਾ ਨਾਮ ਜਪਦੀਆਂ ਹੋਣੀਆਂ, ਨਾਮ ਵੀ ਸਿਮਰਨ ਕਰਦੀਆਂ? ਕਹਿੰਦੀਆਂ ਥੋੜ੍ਹਾ, ਧਿਆਨ ਨਾਲ ਸੁਣਿਓ, ਥੋੜ੍ਹਾ। ਉਸ ਤੋਂ ਬਾਅਦ ਉਹਨੇ ਫਿਰ ਅਗਲਾ ਸਵਾਲ ਮੈਂ ਕਿਹਾ ਅੱਧਾ ਘੰਟਾ? ਨਹੀਂ, ਕਹਿੰਦੀ ਥੋੜ੍ਹਾ। 20 ਮਿੰਟ? ਕਹਿੰਦੀਆਂ ਥੋੜ੍ਹਾ। ਮੈਂ ਕਿਹਾ 10 ਮਿੰਟ? ਕਹਿੰਦੀਆਂ ਥੋੜ੍ਹਾ। ਮੈਂ ਕਿਹਾ 5 ਮਿੰਟ? ਕਹਿੰਦੀਆਂ ਆਪੇ ਕਹਿਤਾ ਅਸੀਂ ਜਪਦੀਆਂ। ਕੀਰਤਨ ਦੇ ਵਿੱਚ ਉਹ ਨਾਮ ਸਿਮਰਨ ਕਰਾ ਦੀਆਂ ਸੀ। ਕੀਰਤਨ ਕਰਨਾ ਜਾਣਦੀਆਂ? ਧਿਆਨ ਜਿਹੜੀ ਜੋ ਦਾਸ ਨੇ ਫੀਲ ਕੀਤਾ ਸਾਡੇ ਕੀਰਤਨ ਵਿੱਚ, ਉਹ ਕਲਾ ਕਿਉਂ ਨਹੀਂ ਵਰਤ ਰਹੀ ਜਿਹੜੀ ਪਹਿਲਾਂ ਵਰਤਿਆ ਜਾਂਦੀ ਸੀ। ਕੀਰਤਨ ਸੁਣਦਿਆਂ ਸਾਰ ਅੱਖੀਂ ਦੇਖੇ ਕਿੰਨੇ ਭਈਏ ਸਾਡੇ ਇਲਾਕੇ 'ਚ। ਕੀਰਤਨ ਸਮਾਗਮ ਹੋਇਆ, ਉਹ ਸਿੰਘ ਸੱਜ ਗਏ। ਗੜਵਾਲ ਤੋਂ ਸਿੰਘ ਆਇਆ ਕਾਕਾ, ਸਿੰਘਾਂ ਦੇ ਮਗਰ ਦੇਖ ਕੇ, ਉਹਨਾਂ ਨੂੰ ਦੇਖ ਕੇ ਨਾਮ ਜਪਣ ਵਾਲਿਆਂ ਦੇ ਮਗਰ ਲੱਗ ਤੁਰਿਆ। ਮਗਰੋਂ ਘਰਦਿਆਂ ਨੇ ਕਿਹਾ ਕੋਈ ਸਾਡਾ ਕਿਸੇ ਨੇ ਕਹਿਤਾ ਤੁਹਾਡਾ ਬੱਚਾ ਉਹ ਲੈ ਚੱਲੇ। ਉਹਨੂੰ ਮੋੜ ਹਟੇ ਗੁਰਸਿੱਖ? ਨਹੀਂ ਮੁੜਿਆ। ਪੁਲਿਸ ਨੂੰ ਨਹੀਂ ਕਾਲ ਕਰ ਦਿੱਤੀ ਸਾਡੇ ਬੱਚੇ ਨੂੰ ਸਿੱਖ ਲੈ ਚੱਲੇ, ਪੰਜਾਬੀ ਲੈ ਚੱਲੇ। ਪੁਲਿਸ ਆਈ, ਥਾਣੇਦਾਰ ਆਇਆ। ਉਹ ਕਹਿੰਦੇ ਅਸੀਂ ਇਹਨੂੰ ਮੋੜਦੇ ਨਹੀਂ ਮੋੜ ਰਿਹਾ। ਉਹ ਕਹਿੰਦਾ ਮੈਂ ਮਰ ਜਾਣਾ ਦਰਿਆ ਵਿੱਚ ਛਾਲ ਮਾਰ ਕੇ, ਮੈਂ ਇਹਨਾਂ ਦੇ ਨਾਲ ਹੀ ਜਾਣਾ। ਇੱਥੇ ਪੂਰਬੇ ਕਰਮ ਦੀ ਵੀ ਗੱਲ ਆ ਗਈ। ਹਾਂ, ਇੱਥੇ ਪੂਰਬੇ ਕਰਮ ਦੀ ਗੱਲ ਆ ਗਈ। ਮਗਰ ਲੱਗਾ ਤੁਰਿਆ। ਅੱਜ ਨਾਮ ਉਹਦਾ ਵੈਸੇ ਅਵਤਾਰ ਸਿੰਘ ਹੈਗਾ। ਅੱਜ ਕੱਲ੍ਹ ਜਲੰਧਰ ਜਾਂ ਪਹਿਲਾਂ ਕੁਕੂਆ ਪਿੰਡ ਦੇ ਵਿੱਚ ਭਾਈ ਸਾਹਿਬ ਹੁਣ ਬਖਸ਼ੀਸ਼ ਸਿੰਘ ਉਹਨਾਂ ਦੇ ਕੋਲ ਰਹਿੰਦਾ ਰਿਹਾ। ਉਹਦੀ ਪਾਲਣਾ ਸਾਰੀ ਕੀਤੀ, ਸਭ ਕੁਛ ਉਹਨੂੰ ਪੈਰਾਂ ਤੋਂ। ਅਤੇ ਉਹ ਅੱਜ ਪੂਰੀ ਰਹਿਤ ਵਿੱਚ ਮਤਲਬ ਸਰਬਲੋਹੀਆ ਸਿੰਘ ਆ। ਉਹ ਇੱਥੇ ਵੀ ਕਰਮ ਦਾ ਆ ਗਿਆ, ਉਹਦਾ ਪਿਛਲਾ ਕਰਮ ਸੀ। ਕਿਸੇ ਤਰ੍ਹਾਂ ਕਹਾਣੀ ਬਣਦੀ ਹੈ ਜਗਦਾ। ਪਰ ਅੱਜ ਅਸੀਂ ਫਿਰ ਟਰਾਟਾ ਵੀ ਇੱਦਾਂ ਹੋਇਆ। ਕੀਰਤਨ ਹੋ ਕੇ ਹਟਿਆ ਮਗਰੋਂ, ਅਤੇ ਅਸੀਂ ਲੰਗਰ ਵੱਲ ਸਾਰੇ ਜਾਂਦੇ ਸੀ। ਅਤੇ ਬੱਚੀਆਂ ਜਰਾ ਕੁ ਮੇਰੇ ਮੋਹਰੇ ਸੀ। ਮੈਂ ਜਰਾ ਕੁ ਤੇਜ਼ੀ ਨਾਲ ਬੱਚੀਆਂ ਦੇ ਮੋਹਰੇ ਜਾ ਕੇ ਮੈਂ ਫਤਿਹ ਬੁਲਾਈ। ਜਰਾ ਕੁ ਰੁਕੋ, ਅਤੇ ਫਤਿਹ ਦਾ ਜਵਾਬ ਦਿੱਤਾ। ਉਹਨਾਂ ਨਾਲ ਵੀ ਇਹੀ ਗੱਲ ਹੋਈ। ਉਹ ਕਹਿੰਦੀਆਂ, ਮੈਂ ਕਿਹਾ ਅੰਮ੍ਰਿਤ ਵੇਲਾ ਸਾਂਭਦੀਆਂ ਹੁੰਦੀਆਂ? ਹਾਂਜੀ ਹੁਣ ਹੁੰਦਾ। ਨਿਤਨੇਮ ਪੂਰਾ ਹੋ ਜਾਂਦਾ? ਹਾਂਜੀ। ਨਾਮ ਸਿਮਰਨ ਵੀ ਕਰਦੀਆਂ? ਉਹਨੇ ਸਿੱਧਾ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਤਾਂ ਕਦੇ ਵੀ ਨਹੀਂ ਕਰਦੀਆਂ। ਜਿਹੜੀ ਸਾਨੂੰ ਬਾਣੀ ਰੋਜ਼ ਦੀ ਰੋਜ਼ ਸਾਰੀ ਬਾਣੀ ਇਹੀ ਦ੍ਰਿੜ ਕਰਾ ਰਹੀ, ਨਾਮ ਜਪੋ। ਅਸੀਂ ਇਹ ਗੁਰੂ ਦਾ ਕਹਿਣਾ ਨਹੀਂ ਮੰਨਿਆ, ਸਾਡਾ ਕੀਰਤਨ ਕੀਤਾ, ਸਾਡੀ ਸੇਵਾ ਕੀਤੀ, ਕਿਸ ਲੇਖੇ ਆਊਗੀ। ਜੇ ਗੁਰੂ ਦਾ ਕਹਿਣਾ ਨਹੀਂ ਪਿਤਾ ਦਾ ਮੰਨਿਆ, ਉਹਦਾ ਵੱਡਾ ਕਹਿਣਾ ਹੀ ਇੱਕ ਇਹੀ ਆ ਕਰਕੇ ਨਾਮ ਤੋਂ ਅਸੀਂ ਨਾ ਬਚੀ ਜਾਈਏ। ਇਹ ਬੇਲਾ ਹੈ। ਦਾਸ ਨੇ ਸੱਚੇ ਪਾਤਸ਼ਾਹ ਨੇ ਆਪੇ ਪ੍ਰੇਰਨਾ ਦਿੱਤੀ। ਮੈਂ ਦਾਸ ਨੇ ਅਰਦਾਸ ਕੀਤੀ, ਅੱਗੇ ਵੀ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਂ ਕੋਈ ਸੇਵਾ ਨਹੀਂ ਕਰ ਸਕਿਆ,
मेरे जेड़े हाथ और पैर ये तरेगवा ये किसी लेखे नहीं आए। मेरा जीवन पिछला इदा निकल गया सेवा कर कोई मैंने गुण बख्शो, मेरे च गुण भी कोई नहीं, सतगुरु ने आपे बख्शे करके गुरबाणी देना बच्चों ने थोड़ा बहुत जिन्ना हो सकिया सतगुरु ने कराया, जिन्हों के भाई सिमरती सिंह उन्होंने बहुत बड़ा हाथ है। वो तो बाद वो सच्चे पातशाह ने काज पूरा कराया, वो तो बाद फिर अरदास की सच्चे पातशाह हूँ मैं की करा, वो काम असी मतलब भी करी जाइए कराई जाना सतगुरु हूँ मैं की करा, मैंने कुछ नहीं पता। सतगुरु ने फिर प्रेरणा दी अपने आप उन्हें बख्शी की कि नाम नालों से बच्चे टुट रहे आ, उन्होंने सावधान कर। तो मैं माफ़ी मंगदा, मैं किसी के दोष नहीं लभदा, सिर्फ जो दो गल्लां दसियां हुण सीधा ही मैं किसी ने पुछदा नहीं, हूँ लोगों पुछ लिया देख लिया, पर सीधा मैं हुण यही कहना कि नाम तो असीं भी इसलिए नहीं होना, नाम ही साडा एक कर्म आए ये कर्म करना तो सानू साडे कर्म चंगे बन गए, जो कुछ असीं बीजना वो मिलना। संसार च पही प्राप्त मानुख देहुरिया नहीं पढ़ना, असीं पढ़ जाने देहुरिया का मतलब दे मैंने दे हुरिया मैंने छालां, सानू छालां दे खरे असीं तां ही छालां मारी जाने देहरिया बोलना, देहरी दे बॉडी, देहरी भी बॉडी नूं कहा गुरबाणी च आंदा ते देहरीए दे नाल सिर्फ आ लगा होए। फिर आपां रोज़ गुरु साहब सानू रोज़ सावधान करदे आ, बाणी नूं पाठ ना समझो, पाठ ये करी जाने। कोई कहंदा जी 21 पाठ फलाना 21 पाठ सुखमनी साहब दे करदा इन्ने पाठ आ, असीं इन्हां गिणती च गणती मतलब पंक्तियां नहीं, गुरु साहब गणतियां विच पैण तो मना करते हैं। फिर सतगुर बचन कमावना पर सच्चा सतगुरु के बचन बाणी सानू की कह रहे, बाणी च दो बड़ियां खासियतां दसो अपने तो हुण सवाल थानू पा लेना ते गां फिर आपां करांगे। गुरबाणी चों दे दो बड़े की लाभ, शाबाश दो बड़े लाभ। गुरबाणी तो पढ़ के सानू की पता लगता थोड़ा जीवन चंगा बनता किवें, शाबाश जो ਤੁਸੀਂ ਬਾਣੀ ਪੜ੍ਹਦੇ ਆ ਤੁਸੀਂ ਉਹਦੇ ਅਰਥ ਸਮਝਦੇ ਆ ਤੇ ਤੁਹਾਡਾ ਜੀਵਨ ਤੁਸੀਂ ਉਹਨੂੰ ਗੁਰਬਾਣੀ ਦੇ ਆਧਾਰ ਤੇ ਬਿਲਕੁਲ ਠੀਕ ਆ ਕਿ ਬਾਣੀ ਇੱਕ ਉਪਦੇਸ਼ ਰੂਪ ਵਿੱਚ ਆ। ਗੁਰਬਾਣੀ 'ਚ ਦੱਸਿਆ ਸਾਨੂੰ ਤਿੰਨ ਚੀਜ਼ਾਂ ਤਿੰਨ ਕਰਮ ਦੱਸੇ ਆ। ਹੁਣ ਕਰਮ ਦੀ ਆ ਗਏ ਫੇਰ ਗੱਲ, ਗੁਰਬਾਣੀ ਨੇ ਤਿੰਨ ਤਰ੍ਹਾਂ ਦੀਆਂ ਗੱਲਾਂ ਕਹੀਆਂ। ਪਹਿਲੀ ਚੀਜ਼ ਗੁਰੂ ਕੀ ਕਰਦਾ, ਗੁਰੂ ਦਾ ਕਰਮ ਹੈ ਸਾਨੂੰ ਨਾਮ ਦੀ ਬਖਸ਼ਿਸ਼ ਕਰਨਾ। ਜਿਹੜਾ ਨਾਮ ਹੈਗਾ ਉਹ ਇੱਕ ਔਖਦੀ ਆ, ਦਵਾਈ ਆ, ਇਹ ਸਾਰੇ ਰੋਗਾਂ ਨੂੰ ਕੱਟਣ ਵਾਲੀ ਆ, ਮਾਨਸਿਕ ਰੋਗਾਂ ਨੂੰ, ਸਰੀਰਕ ਰੋਗਾਂ ਨੂੰ ਵੀ, ਤੇ ਸਾਡੇ ਅਧਿਆਤਮ ਅੰਦਰਲੀ ਆਤਮਾ ਦੇ ਪਿਛਲੇ ਕਰਮਾਂ ਨੂੰ ਨਾਸ਼ ਕਰਨ ਵਾਲੀ ਨਾਮ ਇੱਕ ਚੀਜ਼ ਹੈ। ਐਸੀ ਦਵਾਈ ਇਹੋ ਡੈਡੀ। ਕੋਈ ਦਵਾਈ ਜਿਹੜੀ ਆ ਕਦੋਂ ਲੱਗਦੀ ਆ, ਜਦੋਂ ਅਸੀਂ ਡਾਕਟਰ ਦੀ ਹਦਾਇਤ ਦੇ ਮੁਤਾਬਕ ਖਾਵਾਂਗੇ। ਗੁਰੂ ਸਾਡਾ ਵੈਦ ਹੈ, ਸੱਚਾ ਵੈਦ ਹੈ। ਔਖਦ ਦੇ ਮਤਲਬ ਨਾਮ ਦੀ ਔਖਦ ਦਵਾਈ ਦੇ ਕੇ ਸਾਡੇ ਸਾਰੇ ਰੋਗ। ਵੈਦ ਕੀ ਕਰਦਾ, ਡਾਕਟਰ ਕੀ ਕਰਦਾ, ਕਹਿੰਦਾ ਦਵਾਈ ਐਵੇਂ ਖਾਣੀ, ਦੋ ਪੁੜੀਆਂ ਇਸ ਵੇਲੇ ਖਾਣੀਆਂ, ਦੋ ਆ ਇੱਕ ਸਵੇਰੇ ਖਾਣੀ, ਇੱਕ ਸੌਣ ਵੇਲੇ, ਇੱਕ ਰੋਟੀ ਖਾਣ ਤੋਂ ਪਹਿਲਾਂ, ਇੱਕ ਮਗਰੋਂ ਖਾਣੀ। ਇੱਦਾਂ ਦਵਾਈਆਂ ਦੱਸਦਾ ਡਾਕਟਰ। ਸਾਡਾ ਵੈਦ ਗੁਰੂ ਕਹਿੰਦਾ ਸਵਾਸ ਗ੍ਰਸਤ ਹੈ ਨਾਮ ਜਪਣਾ, ਉੱਠਣਾ ਇਸ਼ਨਾਨ ਕਰਕੇ ਨਾਮ ਜਪਣਾ, ਫਿਰ ਤਾਂ ਨਿਤਨੇਮ ਕਰਨਾ, ਉਸ ਤੋਂ ਬਾਅਦ ਫਿਰ ਆਪਣੀ ਰਹਿਤ ਨੂੰ ਰੱਖਣਾ। ਇਹ ਨਾਮ ਜਪਣ ਦੀ ਵਿਧੀ ਦੱਸੀ ਸਵਾਸ ਗ੍ਰਸਤ। ਫਿਰ ਗੁਰੂ ਹੋਰ ਹਦਾਇਤਾਂ ਕਰਦਾ। ਡਾਕਟਰ ਕਹਿੰਦਾ ਭਾਈ ਇਹ ਪੁੜੀਆਂ ਇੱਕ ਤੀਜੀ ਚੀਜ਼ ਹੋਰ ਦੀ ਆ। ਡਾਕਟਰ ਵੀ ਤਾਂ ਕਹਿੰਦਾ, ਵੈਦ ਵੀ ਤਾਂ ਕਹਿੰਦਾ ਅੱਛਾ ਵੀ ਜੇ ਤੇ ਫਲਾਨੀ ਚੀਜ਼ ਖਾਧੀ ਤੇਰਾ ਆਹ ਨੁਕਸਾਨ ਹੈ ਨਾ, ਤੈਨੂੰ ਆਹ ਬਿਮਾਰੀ ਵੀ ਲੱਗ ਸਕਦੀ ਆ ਜੇ ਤੈਂ ਇਹ ਚੀਜ਼ਾਂ ਤੂੰ ਆਹ ਕੰਮ ਕੀਤੇ। ਗੁਰੂ ਸਾਹਿਬ ਵੀ ਦੇ ਸਕਦੇ ਆਪਾਂ ਕੋਈ ਇਹਦੇ ਵਿੱਚੋਂ
ਸੁਖੀ ਮਸੇ ਮਲਕੀਨੇ ਵਾਲਾ ਉਹ ਕੱਢਿਓ ਜਰਾ 10ਵੀਂ ਪੌੜੀ ਵਿੱਚ 10ਵੀਂ ਅਸ਼ਟਪਦੀ ਵਿੱਚ ਵੀ ਇੱਕ ਪੌੜੀ ਆਉਂਦੀ ਆ ਤੇ ਉਹਦੇ ਵਿੱਚ ਕੀ ਦਿੱਤਾ ਸੁੱਕੀ ਵਸੇ ਜਿੱਥੇ ਨਾ ਹੀ ਰਸਨਾ ਇਹਨਾਂ ਨੂੰ ਕੰਠਾ ਹੀ ਪੜ੍ਹ ਦਿੰਦੇ ਇੱਕ ਇੱਕ ਪੰਕਤੀ ਬੋਲਦੇ ਮਿੱਥਿਆ ਨਾਹੀ ਰਸਨਾ ਪਰਸ ਹਾਂ ਮਿੱਥਿਆ ਨਹੀਂ ਰਸਨਾ ਪਰਸ ਮਿੱਥਿਆ ਦੇ ਨਾਲ ਤੇ ਗਲਤ ਚੀਜ਼ ਨਹੀਂ ਬੋਲਣੀ ਮਿੱਥਿਆ ਮੈਨੇ ਹੁੰਦਾ ਝੂਠ ਵੈਸੇ ਝੂਠਾ ਅਸੀਂ ਆਖ ਲੈਂਦੇ ਆ ਪਰ ਨਹੀਂ ਮਿੱਥਿਆ ਦਾ ਮਤਲਬ ਹੁੰਦਾ ਮਿੱਥਿਆ ਹੋਇਆ ਹੈ ਨਹੀਂ ਮਿੱਥ ਲਿਆ ਮੰਨ ਲਿਆ ਤੁਸੀਂ ਮੈਥ ਦਾ ਸਵਾਲ ਕੋਈ ਕੁਐਸਚਨ ਹੱਲ ਕਰਦੇ ਆ ਉੱਥੇ ਮੰਨ ਲੈਂਦੇ ਆ ਸਪੋਜ਼ x ਸਪੋਜ਼ 1 ਸਪੋਜ਼ ਐਨੇ ਰੁਪਏ ਸਪੋਜ਼ x ਇਜ਼ ਇਕੁਅਲ ਟੂ 100 ਕਰਦੇ ਆ ਤੁਹਾਡਾ ਸਵਾਲ ਹੱਲ ਹੋ ਜਾਂਦਾ ਫਿਰ ਉਹ x ਵੀ ਨਹੀਂ ਰਹਿੰਦਾ ਜੋ ਸਪੋਜ਼ ਕੀਤਾ ਹੈ ਨਹੀਂ ਪਹਿਲਾਂ ਹੈ ਨਾ ਸੀ ਫਿਰ ਹੋਇਆ ਫਿਰ ਹੈ ਨਹੀਂ ਸਾਡੀ ਬੋਡੀ ਮਿੱਥਿਆ ਪਹਿਲਾਂ ਹੈ ਨਾ ਸੀ ਹੁਣ ਹੈ ਕੱਲ੍ਹ ਨੂੰ ਨਹੀਂ ਹੋਣੀ ਇਹ ਮਿੱਥਿਆ ਸੰਸਾਰ ਵੀ ਪਹਿਲਾਂ ਹੈ ਨਾ ਸੀ ਬਣਿਆ ਉਹ ਤੋਂ ਬਾਅਦ ਨਹੀਂ ਇਹ ਮਿੱਥਿਆ ਦਾ ਝੂਠ ਦਾ ਮਤਲਬ ਉਹ ਤਾਂ ਬਿਲਕੁਲ ਹੀ ਹੈ ਨਹੀਂ ਕੁਝ ਵੀ ਹੈ ਹੀ ਨਹੀਂ ਸੱਚੇ ਹੀ ਨਹੀਂ ਹੈ ਨਾਮ ਤੋਂ ਬਿਨਾਂ ਹੈ ਹੀ ਸਭ ਕੁਝ ਝੂਠ ਹੈ ਸਮਝ ਤੇ ਇਹ ਹਾਂਜੀ ਮਨ ਮਹਿ ਪ੍ਰੀਤ ਹੈ ਨਿਰੰਜਨ ਪਹਿਲਾਂ ਤੋਂ ਸ਼ੁਰੂ ਤੋਂ ਪਹਿਲੀ ਮਿੱਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ 12ਵੇਂ ਅਸ਼ਟਪਦੀ ਵਰਮੀ ਦੀ ਹਾਂਜੀ ਉਹ ਸੁਖੀ ਬਸੇ ਮਸਕਿਨ ਹਾਂ ਮੈਂ ਉਹੀ ਸੁੱਕੀ ਵਸੇ ਮੁਸਕੀਨੇ ਆਪ ਨੂੰ ਬੜੇ इसके अंदर राज अभिमान हाँ हम देखो जिसके राज मान राज का मान हैगा अगली पंक्ति ਉਹਦਾ ਰਿਜ਼ਲਟ ਆ ਦਿੱਤਾ सो नरक पाती को ਸੋ ਨਰਕ ਪਾਤੀ ਹੋ ਸਾ ਨਰਕਾਂ ਦਾ ਉਹ ਬਸ ਅਸੀਂ ਬਣੇਗਾ ਹਾਂਜੀ ਜੋ ਜਾਣੇ ਵਿੱਚ ਜੋ ਜਾਣੇ ਮੈਂ ਜੋਬਨ ਜਿਹੜਾ ਆਪਣੇ ਰੂਪ ਨੂੰ ਦੇਖ ਦੇਖ ਕੇ ਕਿਸੇ ਮੋਰੇ ਖੜ ਕੇ ਮੇਰੇ ਵਰਗਾ ਕੋਈ ਸੋਹਣਾ ਨਹੀਂ ਤੇ ਉਹ ਵਿਸ਼ਟਾ ਮੈਂ ਵਿਸ਼ਟਾ ਦਾ ਜੰਤ ਬਣੇਗਾ ਭਾਵ ਇਸ ਤਰ੍ਹਾਂ ਦੇ ਬਾਣੀ ਚ ਬੇਅੰਤ ਪੰਕਤੀਆਂ 10ਵੇਂ ਅਸ਼ਟਪਦੀ ਵਿੱਚ ਵੀ ਆਉਂਦਾ ਕਿ ਆ ਕਰੂੰਗੇ ਜਿਹਦਾ ਭੇਦ ਵਾ ਉਹ ਸਾਨੂੰ ਗੁਰੂ ਇਹਨਾਂ ਕਰਮਾਂ ਤੋਂ ਵੀ ਇਹ ਕਰਮ ਅਸੀਂ ਕਰਾਂਗੇ ਗੁਰੂ ਦੇ ਹੁਕਮ ਵਿੱਚ ਤਾਂ ਗੁਰੂ ਨੇ ਜਾਟ ਵੀ ਨਾਲ ਦੇ ਸੋ 3 ਤਰ੍ਹਾਂ ਦੀ ਬਾਣੀ ਦੇ ਵੇ ਹੋ ਗਏ ਪਹਿਲੀ ਚੀਜ਼ ਉਪਦੇਸ਼ ਕੀ ਆ ਪਹਿਲਾਂ ਆ ਕਰਨਾ ਇਹ ਕੰਮ ਨਹੀਂ ਕਰਨੇ ਤੀਜਾ ਜੇ ਆ ਕਰੂੰਗਾ ਤਾਂ ਉਹਦਾ ਰਿਜ਼ਲਟ ਆ ਠੀਕ ਹੈ ਨਾ ਕੁਝ ਸਮਝ ਆ ਗਈ ਸਾਰੇ ਹਾਂਜੀ ਇੱਕ ਡੂਜ਼ ਇੱਕ ਡੋਂਟਸ ਇੱਕ ਇਫ ਤੇ ਉਹਦੇ ਨਾਲ ਜਿੱਦਾਂ ਬਾਣੀ ਨੂੰ ਅਸੀਂ ਸਹਿਜ ਵਿਚਾਰ ਕੇ ਪੜ੍ਹੀਏ ਨਿਤਨੇਮ ਵਿੱਚ ਵੀ ਅਸੀਂ ਬੜੀ ਕਾਹਲੀ ਕਰਦੇ ਹਾਂ ਤੇਜ਼ ਤੋਂ ਤੇਜ਼ ਚੱਲਦੇ ਹਾਂ ਅਖੰਡ ਪਾਠ ਦਾ ਗੁਰੂਆਂ ਦੇ ਵੇਲੇ ਕੋਈ ਐਵੇਂ ਘੜ ਦਿੱਤੀ ਚੀਜ਼ ਗੁਰੂਆਂ ਨੇ ਅਖੰਡ ਪਾਠ ਕੀਤੀ ਸਹਿਜ ਪਾਠ ਹੀ ਅਖੰਡ ਪਾਠ ਜਦੋਂ ਸਿੰਘ ਜੰਗਲਾਂ ਸੇ ਪੀੜਾਂ ਘੱਟ ਸੀਗੀਆਂ ਇੱਕ ਜਥਾ ਦੂਜੇ ਜਥੇ ਵਿੱਚ ਲੈ ਜਾਂਦਾ ਸੀ ਤਾਂ ਬੁੱਢਾ ਦਲ ਨੇ ਇਹ ਕਹੀ ਸੀ ਕਿ ਲਗਾਤਾਰ ਪਾਠ ਹੁੰਦਾ ਰਹੇ ਅਖੰਡ ਪਾਠ ਉਹਦਾ ਨਾਂ ਰੱਖਿਆ ਗਿਆ ਤੇ ਸਿੰਘ ਜੇ ਕੋਈ ਜਿਹਦੇ ਕਰ ਲੈਂਦੇ ਸੀ ਉਹ ਪੜ੍ਹਦੇ ਰਹਿੰਦੇ ਸੀ ਤੇ ਬਾਕੀ ਸਾਰੇ ਸੁਣਦੇ ਸੀ ਆਈ ਜਾਂਦੇ ਸੀ ਉੱਥੇ ਕੋਈ ਲੰਗਰ ਦੀ ਵੀ ਵਿੱਚ ਸੇਵਾ ਕਰੀ ਜਾਂਦੇ ਰਲ ਮਿਲ ਕੇ ਇਸ ਤਰ੍ਹਾਂ ਬਾਣੀ ਦਾ ਵੱਧ ਤੋਂ ਵੱਧ ਲਾਹਾ ਲੈਂਦੇ ਸੀ ਔਰ ਜਿਹੜੇ ਬਿਲਕੁਲ ਕੋਈ ਅੱਖਰ ਨਹੀਂ ਸੀ ਜਾਣਦੇ ਉਹ ਬੇਅੰਤ ਬਾਣੀਆਂ ਦੇ ਧਾਰਨੀ ਹੋਏ ਨਾਮ ਤੋਂ ਬਿਨਾ ਬਾਣੀ ਦੀ ਸੋਝੀ ਨਹੀਂ ਹੋਣੀ ਬਾਣੀ ਦੇ ਗੋਹਜ ਜਿਹੜੀਆਂ ਚੀਜ਼ਾਂ ਆ ਉਹ ਗੁਰਬਾਣੀ ਰਾਹੀਂ ਬਾਣੀ ਦੀਆਂ ਜਿਹੜੀਆਂ ਗੋਝ ਗੱਲਾਂ ਉਹ ਨਾਮ ਨਾਲ ਸੋਝੀ ਆਣੀਆਂ ਜੇ ਨਾਮ ਜਪਾਂਗੇ ਤਾਂ ਸੋਝੀ ਹੋਊਗੀ ਇਹ ਗੁਰੂ ਦਾ ਹੁਕਮ ਆ ਤੇ ਚ ਕੋਈ ਢਿੱਲ ਮਿੱਟੀ ਹੁੰਦਾ ਆਲ ਰਿਜ਼ਲਟ ਜੇ ਕੋਈ ਉਹਦੀ ਇੰਨਾ ਵੀ ਕਰ ਲਓ ਉਹਨੂੰ ਕਿੰਨੀ ਸਜ਼ਾ ਮਿਲਦੀ ਇਹ ਨਾਮ ਕਿੱਦਾਂ ਹੈਲਪ ਕਰਦਾ ਜੀ ਬਾਣੀ ਦੀ ਸੋਝੀ ਲੈਣ ਲਈ ਹਾਂ ਦੇਖੋ ਜਿਉਂ ਤੁਸੀਂ ਨਾਮ ਨਾਲ ਅਟੈਚਮੈਂਟ ਹੋਊਗੀ ਨਾਮ ਦੇ ਨਾਲ ਸਾਡੀ ਕੌਨਸ਼ੀਅਸ ਜਿਹੜੀ ਆ ਸੋਚ ਜਿਹਨੂੰ ਆਪਾਂ ਕਹਿੰਦੇ ਆ ਉਹ ਅਟੈਚਮੈਂਟ ਹੋ ਜਾਂਦੀ ਅਸੀਂ ਸਾਨੂੰ ਹੁਕਮ ਆ ਗੁਰੂ ਦਾ ਅਸਲ ਤਾਂ ਕਿ ਇਹੋ ਅਸੀਂ ਜਪੀ ਜਾਣਾ ਜਿੰਨਾ ਵੀ ਜਪ ਹੁੰਦਾ ਨਾਮ ਸਾਡੀ ਸੁਰਤ ਨੂੰ ਸਾਡੀ ਕੌਨਸ਼ੀਅਸ ਨੂੰ ਇੱਕ ਸੋਝੀ ਨਵੀਂ ਦੇ ਰਹੀ ਆ ਕੰਸੈਂਟਰੇਟ ਕਰਦਾ ਹਾਂ ਮੈਂ ਇੱਕ ਉਦਾਹਰਨ ਵੀ ਦਿੰਦਾ ਹੁਣ ਇੱਕ ਪੰਕਤੀ 139 ਅੰਕ ਤੇ ਹੈਗਾ ਅੱਖਾਂ ਬਾਝੋਂ ਵੇਖਣਾ ਮੈਨੂੰ ਕੰਨਾਂ ਸੁਣਨਾ ਹੈ ਨਾ ਤੇ ਜੀਭੇ ਬਾਝੋਂ ਬੋਲਣਾ ਮੈਨੂੰ ਹੱਥਾਂ ਕਰਨਾ ਪੈਰਾਂ ਬਾਝੋਂ ਚੱਲਣਾ ਇਹ ਜੀਭ ਤੋਂ ਮਾਰਨਾ ਹੁਣ ਤੁਸੀਂ
ਮੈਂ 4 ਸਟੀਕਾਂ 'ਚ ਦੇਖਿਆ, ਉਹਨਾਂ ਦੇ ਵਿੱਚ ਇਹੀ ਅਰਥ ਦਿੱਤਾ ਕਿ ਅੱਖਾਂ ਬਾਝੋਂ ਦੇਖਣਾ ਦਾ ਮਤਲਬ ਉਹਨੇ ਇਹ ਲਿਖਿਆ ਕਿ ਅੱਖਾਂ ਰਾਹੀਂ ਕਿਸੇ ਨੂੰ ਬੁਰੀ ਨਿਗਾਹ ਨਾਲ ਨਹੀਂ ਦੇਖਣਾ। ਕੰਨਾਂ ਬਾਝੋਂ ਸੁਣਨਾ ਉਹਨੇ ਇਹ ਲਿਖਿਆ ਕਿ ਕੰਨਾਂ ਨਾਲ ਅਸੀਂ ਨਿੰਦੇ ਚੁਗਲੀ ਨਹੀਂ ਸੁਣਨੀ, ਹੈ ਨਾ। ਪਰ ਇਹ ਨਾਮ ਜਪਣ ਦੀ ਮਹਾਨਤਾ ਇਹੀ ਆ ਕਿ ਦਾਸ ਆਪਣਾ ਕੁਝ ਦੱਸਣਾ ਨਹੀਂ ਚਾਹੁੰਦਾ ਵੈਸੇ, ਪਰ ਇਹ ਗੱਲ ਨੂੰ ਦੱਸਣ ਲਈ ਕਹਿਣੀ ਪੈਂਦੀ। ਜਲੰਧਰ ਸਮਾਗਮ ਹੋ ਰਿਹਾ, ਇਹੀ ਸ਼ਬਦ ਪੜ੍ਹਿਆ ਜਾ ਰਿਹਾ। ਭਾਈ ਮਹਿੰਦਰ ਸਿੰਘ ਐਸਡੀਓ ਇਹ ਸ਼ਬਦ ਪੜ੍ਹ ਰਹੇ, ਮਤਲਬ ਕੀਰਤਨ ਕਰ ਰਹੇ ਆ ਅੱਖਾਂ ਬਾਝੋਂ। ਸਤਿਗੁਰੂ ਨੇ ਉਸੇ ਵੇਲੇ ਉਹ ਖੇਡ ਪਹਿਲਾਂ ਵਰਤਾ ਦਿੱਤੀ ਸੀ, ਉਸੇ ਵੇਲੇ ਇਹਦੀ ਸਮਝ ਆ ਗਈ ਕਿ ਆਹ ਚੀਜ਼ ਦਾ ਟੂਕ ਮਾਤਾ। ਨਾਮ ਜਪਦਿਆਂ ਜਪਦਿਆਂ ਤੁਹਾਡੇ ਜਿਸ ਵੇਲੇ ਕੌਂਸ਼ੀਅਸ ਸਾਡੇ ਅੰਦਰ ਜਾਏਗੀ, ਨਾਮ ਨਾਲ ਅਟੈਚਮੈਂਟ ਹੋ ਗਈ। ਨਾਮ ਕਿਵੇਂ ਜਪਣਾ? ਸਵਾਸ ਗਰਾਸ ਜਪਦੇ ਹੈ ਨਾ। ਤੇ ਸਵਾਸ ਗਰਾਸ ਜਿਹੜਾ ਹਰ ਆਵਾਜ਼ ਸਾਡੀ ਜੋ ਵੀ ਆਉਂਦੀ ਆ ਨਾਭੀ ਤੋਂ ਆਵਾਜ਼, ਜਦੋਂ ਸਵਾਸ ਗਰਾਸ ਜਪਦਾ ਉਹਦੀ ਨਾਭੀ 'ਚ ਇੱਕ ਹਰਕਤ ਸ਼ੁਰੂ ਹੋ ਜਾਂਦੀ ਆ, ਸਾਨੂੰ ਮਲੂਮ ਦੀ ਜਿਉਂ ਅਟੈਚਮੈਂਟ ਹੁੰਦੀ ਆ ਨਾਮ ਦੇ ਵਿੱਚ। ਇਹ ਆ ਸਾਡੀ ਕੌਂਸ਼ੀਅਸ ਉਹਦੇ ਜਿਉਂ ਅਟੈਚਮੈਂਟ ਹੋਈ ਉਹ ਖਿੱਚ ਕੇ ਅੰਦਰ ਲੈ ਜਾਂਦੀ ਆ। ਜਦੋਂ ਖਿੱਚ ਕੇ ਅੰਦਰ ਜਾਓਗੇ ਤੁਸੀਂ ਪ੍ਰਤੀਤ ਕਰੋਗੇ ਉਹ ਐਡਾ ਵੱਡਾ ਮੈਂ ਆਪਣੇ ਅੰਦਰ ਕਿੱਦਾਂ ਟਿਕ ਗਿਆ। ਤੁਸੀਂ ਇਸ ਚੀਜ਼ ਨੂੰ ਦੇਖ ਕੇ ਵੀ ਹੈਰਾਨ ਹੋਵੋਗੇ, ਜਿਹੜੀ ਕਿ ਸਾਡੀ ਬਾਹਰਲੀ ਸੋਚ ਵਿੱਚ ਨਹੀਂ ਇਹ ਸਮਝ ਆ ਸਕਦੀ। ਪਰ ਜੇ ਥੇਲੇ ਵਾਪਸ ਜਾਊਗਾ ਤੁਸੀਂ ਆਪ ਖੁਦ ਕਰੋਗੇ। ਹੁਣ ਉੱਥੇ ਜਿਸ ਵੇਲੇ ਨਾਭੀ ਦੇ ਨਾਮ ਦੀ ਹਾਲਤ ਸ਼ੁਰੂ ਹੋ ਗਈ, ਆਟੋਮੈਟਿਕ ਨਾਮ ਜਪ ਹੋਣ ਲੱਗ ਪੈਂਦਾ। ਇਹ ਕੀ ਹੁੰਦਾ? ਬਿਲਕੁਲ ਤੁਸੀਂ ਚੁੱਪ, ਨਾਮ ਤੁਹਾਨੂੰ ਸੁਣਾਈ ਦਿੰਦਾ, ਕੰਨ ਨਹੀਂ ਸੁਣਦੇ। ਫਿਰ ਤੁਹਾਡੀ ਜੀਭ ਨਹੀਂ, ਉਸੇ ਜੀਭ ਵੀ ਚੁੱਪ ਹੋ ਜਾਂਦੀ, ਮੂੰਹ ਬੰਦ ਹੋ ਜਾਂਦਾ। ਉਹ ਨਾਮ ਤੁਹਾਡਾ ਅੰਦਰ ਜਪ ਰਿਹਾ, ਬਿਨ ਜਿਹਵਾ ਬੋਲਣਾ ਨਾਮ ਜਪਿਆ ਜਾ ਰਿਹਾ। ਇੱਥੋਂ ਤੱਕ ਵੀ ਹੁੰਦਾ ਸ਼ਬਦ ਗੁਪਤੀ ਬਾਣੀ ਪ੍ਰਗਟ ਹੋਈ। ਗੁਪਤ ਬਾਣੀ ਜਿਹੜੀ ਸਾਨੂੰ ਨਹੀਂ ਆਉਂਦੀ, ਨਹੀਂ ਚੇਤੇ, ਉਹ ਵੀ ਚੱਲਣੀ ਸ਼ੁਰੂ। ਨਾਮ ਵੀ ਜਪ ਹੋ ਰਿਹਾ, ਗੁਰਬਾਣੀ ਦਾ ਕੀਰਤਨ ਵੀ ਤੁਸੀਂ ਸੁਣ ਰਹੇ ਹੋ। ਇਹ ਨਾਮ ਦੇ ਵਿੱਚ ਬੇਅੰਤ ਬਰਕਤਾਂ, ਇੰਨੀਆਂ ਬਰਕਤਾਂ ਕਿੰਨੀਆਂ ਕੁ ਬਿਆਨ ਕੀਤੀਆਂ ਜਾ ਸਕਣ। ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਆ ਸਹਿਸਕ੍ਰਿਤ ਸ਼ਲੋਕਾਂ ਦੇ ਵਿੱਚ, ਦੱਸੋ ਕੀ ਨਹੀਂ ਲੱਭਦਾ ਨਾਮ ਨਾਲ। ਉਹ ਕੁਛ ਪ੍ਰਾਪਤ ਹੁੰਦਾ ਜਿਹੜਾ ਅਸੀਂ ਨਹੀਂ ਪ੍ਰਾਪਤ ਦੇਖਿਆ ਵੀ ਨਹੀਂ। ਹੁਣ ਇੱਕ ਉਦਾਹਰਨ ਦੇ ਤੌਰ 'ਤੇ ਦਾਸ ਚੁਗਲੇ ਜਾਂ ਬਾਕੀ ਫਿਰ ਕਿਸੇ ਦੇ ਇਹਦਾ ਦੁਆ ਆਪਾਂ ਦਿਖਾ ਦਿਆਂਗੇ। ਮੈਜਿਕ ਇਹ ਭਾਈ ਸਾਹਿਬ ਹੁਣ ਜਾਣਦੇ ਆ, ਅਸੀਂ ਇਹ ਦੂਜਾ ਮੈਜਿਕ ਦੇਖਦੇ ਆ। ਅਸੀਂ ਇੱਕ ਮੈਥ ਦਾ ਵੀ ਤੁਹਾਨੂੰ ਥੋੜ੍ਹਾ ਜਿਹਾ ਜੇ ਮੌਕਾ ਮਿਲ ਗਿਆ, ਸਮਾਂ ਮਿਲ ਗਿਆ, ਉਹਦੇ ਵਿੱਚੋਂ ਨਾਮ ਦੀ ਵੀ ਦੱਸਾਂਗੇ। ਇੱਕ ਮੈਂ ਪਹਿਲਾਂ ਸਿਰਫ ਉਦਾਹਰਨ ਹੀ ਦੇਣੀ ਮਾਰੀ ਗਈ, ਮੈਂ ਪਿੱਛੇ ਨੂੰ ਮੈਂ ਮਲਟੀਪਲਾਈ ਬੱਚਿਆਂ ਨੇ ਮੈਨੂੰ ਸਵਾਲ ਕੀਤਾ ਕਿ ਬਿਹਾਂ ਨਾਲ ਉਹਨੂੰ ਕਿਹਾ ਪੜ੍ਹਾਉਂਦੇ ਆ ਕਿ ਬਿਹਾਂ ਦੀ ਜਿਹੜੀ ਮਲਟੀਪਲਾਈ ਜ਼ੀਰੋ ਲਾਓ ਤਾਂ ਉਹਨਾਂ ਮਲਟੀਪਲਾਈ ਕਰ ਦਿਓ। ਉਹ ਤੋਂ ਬਾਅਦ ਇੱਕ ਬੱਚਾ ਕਹਿੰਦਾ ਤੁਸੀਂ ਬਾਕੀ ਕਾਹਤੇ ਨਹੀਂ ਫੁੱਲ ਇੰਚ ਕਰਕੇ ਦੱਸਦੇ। ਮੈਂ ਕਿਹਾ ਮੈਂ ਥੋੜ੍ਹਾ ਪੜ੍ਹਿਆ, ਦੱਸ ਪੜ੍ਹਿਆ ਮੈਨੂੰ ਨਹੀਂ ਆਉਂਦੀਆਂ ਹੈ। ਅਤੇ ਮੈਂ ਕਿਹਾ ਚਲੋ ਸੋਚਾਂਗੇ। ਪਹਿਲਾਂ ਮੈਂ ਕਿਹਾ ਵੱਡਿਆਂ ਨੂੰ ਪੁੱਛਾਂਗੇ ਜਿਹੜੇ ਪ੍ਰੋਫੈਸਰ ਸੀਗੇ ਕਾਲਜ ਦੇ ਵਿੱਚ, ਮੈਂ ਕਿਹਾ ਉਹਨਾਂ ਨੇ ਦੱਸਿਆ ਲੋਗੇ ਰਸਨਾ ਹੋ ਸਕਦਾ। ਨਹੀਂ ਮੈਂ ਕਿਹਾ ਸਾਡੀ ਸੋਚ ਤੋਂ ਬਾਅਦ ਅਤੇ ਦਾਸ ਨੇ ਸੋਚਣਾ ਸ਼ੁਰੂ ਕਰ ਲਿਆ। ਸਤਿਗੁਰੂ ਸੋਚੀ ਬਖਸ਼ੀ ਕਿ ਸਾਰੀਆਂ ਮਲਟੀਪਲਾਈਆਂ ਅਸੀਂ ਕਿੱਦਾਂ ਇੱਕੋ ਲਾਈਨ 'ਚ ਕਰ ਸਕਦੇ ਹਾਂ। ਉਹਦੇ ਬਾਅਦ ਫਿਰ ਸੇਮ ਅੱਖਰਾਂ ਦੀਆਂ ਆ ਗਈਆਂ। ਜਿਸ ਤਰ੍ਹਾਂ ਪਹਿਲਾਂ ਇੱਕੋ ਸਿਰਫ ਉਦਾਹਰਨ ਹੀ ਦੇਣੀ ਹੈ, ਬਾਕੀ ਫਿਰ ਉਸ ਟਾਈਮ ਵਿੱਚ ਮਤਲਬ ਸਾਰਿਆਂ ਇਕੱਠਿਆਂ ਨੂੰ। ਅਤੇ ਮੰਨ ਲਓ ਇੱਦਾਂ ਚਾਹ ਰੱਖ ਲੈਂਦੇ ਹਾਂ, ਇਹਨਾਂ ਦੁਨੀਆ ਮਤਲਬ ਮਲਟੀਪਲਾਈ ਇੱਕੋ ਲਾਈਨ 'ਚ ਇਹਦੀ ਪਹਿਲਾਂ ਮਲਟੀਪਲਾਈ ਕੀਤੀ, 2 ਦੂਣੀ 4 ਹੋ ਗਿਆ, 4 ਆਪਾਂ ਕਰ ਲਿਆ। ਹੁਣ ਜਿੰਨੇ ਇਹਨੂੰ ਅੰਕ ਹੋਣ ਉਨੀ ਵਾਰੀ ਅਸੀਂ ਦੂਣੀ ਦਾ ਚੌਕੇ ਦਾ ਪਹਾੜਾ ਪੜ੍ਹੀ ਜਾਣਾ, ਮਤਲਬ ਮਲਟੀਪਲੀਕੇਸ਼ਨ ਦਾ। ਜਿੱਦਾਂ 1 ਚੌਕਾ ਚੌਕਾ, 2 ਚੌਕੇ 8, ਤੀਜੇ ਥਾਂ 'ਤੇ 3 ਚੌਕੇ 12, ਚੌਥੇ ਥਾਂ 'ਤੇ 4 ਚੌਕੇ 16, 1 ਇਹਦਾ 17, ਫਿਰ ਬੈਕ ਹੋ ਜਾਓ 3 ਚੌਕੇ 12, 1 13, ਇਹ 2 ਚੌਕੇ 8, ਤਾਂ 1 9, 1 ਚੌਕਾ ਚੌਕਾ, ਇੱਦਾਂ ਹੋ ਗਈ।
ਅੱਛਾ ਇੱਥੇ ਇੱਥੇ ਹੀ ਤਾਂ ਦਾਸ ਕਰਦਾ ਗਿਆ, ਬੱਚੇ ਨੂੰ ਸਮਝਾਉਂਦਾ ਰਿਹਾ। 5-5-25 ਤੇ ਹੀ ਹੋ ਗਏ ਜਦੋਂ ਛੀਕੇ ਆ ਗਏ। 6 ਛੱਤੀ ਦਾ ਪਹਾੜ ਤਾਂ ਆਉਂਦਾ ਨਹੀਂ ਕਿਸੇ ਨੂੰ ਵੀ ਸਾਨੂੰ। ਹੁਣ ਇੱਥੇ ਇੱਕ ਕੌਤਕ ਜਿਹੜਾ ਸਿਰ ਤੇ ਨਾਮ ਦੀ ਮੈਂ ਮਹਾਨਤਾ ਦੱਸਣੀ, ਬਾਕੀ ਫੇਰ ਸਿੱਖੀ ਤੇ ਹੁਣ ਇਹਨੇ ਛੀਕੇ ਆ, ਇਹ 6 ਛੀਕਾ 36 ਹੋ ਗਏ ਹੈ ਨਾ। ਹੁਣ ਜਿਹੜੇ 36 ਹੈਗੇ ਆ ਇੱਥੇ ਮੈਂ ਲਿਖ ਲੈਣਾ ਜਰਾ। 36 ਦਾ ਪਹਾੜਾ ਮੈਨੂੰ ਨਹੀਂ ਸੀ ਆਉਂਦਾ। ਮੈਂ ਸੋਚਿਆ ਕੀ ਕਰਾਂ। ਮੈਂ ਕਿਹਾ ਚੱਲ ਜਿੰਨਾ ਚਿਰ ਸੋਚਣ ਨੂੰ ਟਾਈਮ ਖਰਾਬ ਕਰਨਾ, ਰੱਬ ਨੇ ਮੈਨੂੰ ਪ੍ਰੇਰਨਾ ਗੁਰੂ ਨੇ ਦਿੱਤੀ, ਤੂੰ ਵਿਹਲਾ ਟਾਈਮ ਨਾ, ਵਿਹਲਾ ਵੀ ਟਾਈਮ ਨਾਮ ਜਪਿਆ ਕਰ। ਮੈਂ ਇਹਨਾਂ ਨੂੰ ਦੇਖੀ ਜਾਂਦਾ 36 ਨੂੰ, ਤੇ ਮੈਂ ਸਿਮਰਨ ਕਰੀ ਜਾਂਦਾ ਆਪਣਾ, ਜਿੱਦਾਂ ਆਪਾਂ ਜਪਦੇ ਹੀ ਸਾਰੇ ਸਿਮਰਨ ਕਰਦਿਆਂ ਨਿਗਾਹ ਇੱਥੇ ਆ। ਕੀ ਹੋਇਆ ਕਿ ਦੋਏ ਮੇਰੇ ਜੁੜ ਗਏ, 3 + 6 ਹੋ ਗਏ, 9 ਹੋ ਗਏ। ਹਾਂਜੀ 9 ਨਾਮ, ਇਹ ਨਾਮ ਵੱਡਾ, ਨਾਮ ਵੱਡਾ। ਅੰਦਰੋਂ ਇੱਕ ਕਿਰਿਆ ਜੀ ਸ਼ੁਰੂ ਹੋ ਗਈ ਕਿ ਨਾਮ ਬਹੁਤ ਵੱਡਾ। ਹੁਣ ਮੈਂ ਫੀਲਿੰਗ ਕਰਦਾ ਕਿ ਇਹ ਦੋਏ ਅੱਖਰ ਵੀ ਨਾਮ ਜਪਣ ਲੱਗ ਪਏ। ਹੁਣ ਜਦੋਂ ਅੱਖਰ ਨਾਮ ਜਪਦੇ ਮੈਨੂੰ ਪ੍ਰਤੀਤ ਹੋਏ, ਜਪਦੇ ਤਾਂ ਨਹੀਂ ਹੋਣਗੇ, ਪਰ ਮੇਰੀ ਜਿਹੜੀ ਥਿੰਕਿੰਗ ਦੇ ਵਿੱਚ ਇਉਂ ਆ ਗਏ ਤਾਂ ਇਹ ਨਾਮ ਜਪਦੇ। ਉਹੀ ਜਿਹੜੀ ਗੱਲ ਪਹਿਲਾਂ ਦੱਸੀ ਕਿ ਇੱਧਰੋਂ ਚੀਜ਼ ਆਉਣੀ ਸ਼ੁਰੂ ਹੋ ਗਈ, ਨਾਮ ਦੀ ਬਰਕਤ, ਤਾਕਤ, ਅੰਦਰ ਸ਼ਕਤੀ ਜਾਣ ਲੱਗ ਪਈ। ਤਾਂ ਤਿਆਂ ਜਿਹੜਾ ਉਹ ਵੱਡਾ ਹੋ ਗਿਆ, ਤਾਂ ਛੀਕੇ ਵਿੱਚੋਂ ਬੁਰਿਆਈ ਨਿਕਲ ਗਈ, ਉਹ ਘਟ ਗਿਆ। ਹੋਠ ਨਿਕਲਣਾ ਘਟਣੀ ਹੈ ਜੀ, ਹੈ ਨਾ। ਤੇ ਬਸ ਉਸੇ ਵੇਲੇ ਆਨਸਰ ਆ ਗਿਆ। 36 ਇੱਥੇ ਦਾ ਲਿਖ ਦਿੱਤੇ। ਆ ਅਸੀਂ ਯੂਜ਼ ਕਰ ਲਿਆ, ਬਾਕੀ ਛੀਕੇ ਰਹਿ ਗਏ 1 2 3 4 5 5। ਇਹਦੇ ਵਿੱਚੋਂ ਇਹ ਬੁਰਿਆਈ ਨਿਕਲ ਗਈ ਨਾਮ ਜਪ ਕੇ, ਇਹ ਘਟ ਕੇ 5 ਹੋ ਗਿਆ। ਇੰਨੇ ਪੰਜੇ ਲਾ ਦਿਓ, 1 2 3 4 5, 1 2 3 4 5। ਤੇ ਇਹਨੇ ਵੀ ਨਾਮ ਜਪਿਆ, ਕਿਉਂਕਿ ਇੱਧਰੋਂ ਸ਼ਕਤੀ ਨਾਮ ਦੀ ਆਈ, ਇਹ 3 ਤੋਂ ਵੱਡਾ ਹੋ ਗਿਆ, 4 ਬਣ ਗਿਆ। ਇੰਨੇ ਚੌਥੇ ਲਾ ਦਿਓ, 1 2 3 4 5, ਆਨਸਰ ਆ ਗਿਆ। ਇਹ ਨਾਮ ਵਿੱਚੋਂ ਲੱਭਾ। ਇਹਦਾ ਮਤਲਬ ਨਾਮ ਹਿਸਾਬ ਮੈਥ ਵੀ ਸਿਖਾ ਦਿੰਦਾ। ਸਿਰਫ ਇੱਕ ਉਦਾਹਰਨ ਦੇ ਤੌਰ ਤੇ ਹੋਰ ਬਹੁਤ ਕੁਛ ਆ। ਜੇ ਸਾਡਾ ਇੱਛਾ ਹੋਈ ਸਾਨੂੰ ਥੋੜ੍ਹਾ ਜਿਹਾ ਇੱਦਾਂ ਹੋਵੇ ਬਲੈਕ ਬੋਰਡ ਵਾਂਗ ਕੁਛ ਹੁੰਦਾ ਤੇ ਇਹ ਉਦਾਹਰਨ ਦਿੱਤੀ ਆ। ਜਿਉਂ ਨਾਮ ਜਪਾਂਗੇ, ਇੱਕ ਪਾਸੇ ਤੇ ਚੰਗਿਆਈ ਨਾਮ ਦੀ ਸ਼ਕਤੀ ਜਿਉਂ ਅੰਦਰ ਆਉਂਦੀ ਆ, ਸਾਡੇ ਪਾਪਾਂ ਦੀ ਵੈਲ ਨੂੰ ਨਾਲੇ ਉਬਲਦੀ, ਨਾਲੇ ਤਾਂ ਖੁੱਚਦੀ, ਮੈਂ ਬਾਹਰ ਕੱਢੀ ਜਾਂਦੀ, ਸਾਨੂੰ ਮਿਲੀ ਮਿਲੀ। ਕਈ ਕਹਿੰਦੇ ਨੇ, ਕਈਆਂ ਨੇ ਇੱਕ ਬੀਬੀ ਨੇ ਸਵਾਲ ਕੀਤਾ, ਨਾਮ ਜਪੀ ਦਾ ਪਤਾ ਨਹੀਂ ਲੱਗਦਾ, ਕੁਛ ਨਹੀਂ ਹੁੰਦਾ। ਮੈਂ ਕਿਹਾ ਬੀਬੀ, ਸਾਡੇ ਪਿਛਲੇ ਜਨਮਾਂ ਦਾ ਕੋਈ ਹਿਸਾਬ ਹੈ? ਕੋਈ ਜਦ ਤੋਂ ਸ੍ਰਿਸ਼ਟੀ ਬਣੀ ਉਸ ਤੋਂ ਪਤਾ ਨਹੀਂ ਕਿੰਨੇ ਕੁ ਜਨਮ ਭੁਗਤੇ ਹੋਣਗੇ, ਕਿੰਨੀਆਂ 84 ਲੱਖ ਜੂਨਾਂ ਭੁਗਤੀਆਂ ਹੋਣਗੀਆਂ। ਹਰ ਜੂਨੀ ਦੇ ਕਰਮ ਸਾਡੇ ਕੀਤੇ ਹੋਏ ਕਰਮ ਸਾਡੇ ਨਾਲ ਆ ਗਏ, ਸੰਚਿਤ ਕਰਮ ਹੋ ਗਏ ਸਾਡੇ ਅੰਦਰ ਸੂਖਮ ਸਰੀਰ ਦੇ ਅੰਦਰ। ਫੇਰ ਕੀ ਹੁੰਦਾ? ਉਹ ਇੱਕ ਪਹਾੜ ਦੀ ਨਿਆਈਆਂ, ਇੰਨੇ ਸਾਡੇ ਕਰਮ ਆ, ਪਿਛਲੇ ਪਾਪ ਚੰਗੇ ਮਾੜੇ, ਇੱਕ ਪਹਾੜ ਜਿੰਨੇ। ਪਹਾੜ ਵਿੱਚੋਂ ਟਰੱਕ ਭਰਿਆ, ਪੱਥਰਾਂ ਦੇ ਪਹਾੜਾਂ ਦੇ ਟਰੱਕਾਂ ਦੇ ਟਰੱਕ ਭਰੀ ਜਾ ਰਿਹਾ ਆ, ਪਹਾੜ ਹਿੱਲਿਆ ਹੀ ਨਹੀਂ ਨਜ਼ਰ ਆਉਂਦਾ, ਨਹੀਂ ਆਉਂਦਾ ਹੈ ਨਾ। ਪਰ ਜਦੋਂ ਪਹਾੜ ਕੁਛ ਹਿੱਸਾ ਮੁੱਕ ਜਾਏ, ਅੱਧ ਕੁ ਮੁੱਕ ਜਾਂਦਾ, ਫਿਰ ਕਹਿੰਦਾ ਵੀ ਪਹਾੜ ਹੁਣ ਘਟਦਾ ਜਾਂਦਾ। ਹਰ ਅੱਧੀ ਚੀਜ਼ ਤੁਸੀਂ ਛੋਟੀਆਂ ਸਪੈਂਡ ਕਰਦੇ ਆ, ਜਦੋਂ ਅੱਧੀਆਂ ਛੁੱਟੀਆਂ ਮੁੱਕ ਜਾਣੀਆਂ, ਕਹਿਣਾ ਛੁੱਟੀਆਂ ਮੁੱਕ ਚੱਲੀਆਂ, ਝੱਟ ਮੁੱਕ ਗਈਆਂ। ਵੀਕ ਦਾ ਹਾਫ ਮੁੱਕ ਜਾ, ਝੱਟ ਵੀਕ ਮੁੱਕ ਗਿਆ। ਸਮਝੇ ਕਿ? ਫਿਰ ਤੁਸੀਂ ਪ੍ਰਤੀਤ ਕਰੋਗੇ, ਹਾਂ ਮੇਰਾ ਮੈਂ ਹਲਕਾ ਹੋ ਗਿਆ। ਨਾਮ ਬਹੁਤ ਵੱਡੀ, ਔਰ ਇੱਕ ਵਾਰੀ ਵਾਹਿਗੁਰੂ ਜਦੋਂ ਅਸੀਂ ਮਨ ਕਰਕੇ ਜਪਾਂਗੇ, ਸਾਡੇ ਅੰਦਰ ਲੱਖਾਂ ਕਰੋੜਾਂ ਪਾਪ ਨਾਸ ਹੁੰਦੇ ਆ, ਕਈ ਜਨਮਾਂ ਦੇ। ਅਸੀਂ ਕਹੀਏ ਫਿਰ ਨਹੀਂ ਮਿਲਦਾ, ਬਹੁਤ ਮਿਲਦਾ। ਫਿਰ ਤੁਹਾਨੂੰ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ। ਜੇ ਜਪਾਂਗੇ ਨਾ ਤਾਂ ਪਤਾ ਕਿੱਦਾਂ ਲੱਗੇਗਾ। ਨਾਮ ਇੱਕ ਵੱਡਾ ਕਾਰਨ ਹੈ, ਕਰਮਾਂ ਤੋਂ ਕਾਰਨ
हुकमी साहब सर्वश्रेष्ठ में श्रेष्ठ हर को नाम जप ये कर्म हो सकता ਇਹ ਵੀ इस कर्म को सब जो तो शिवा सब कुछ ਇਹਦੇ ਬਰਾਬਰ ਕੁਝ ਵੀ ਨਹੀਂ ਕੋਈ ਸਾਰੇ हाँ इतने कर्म साढ़े क्यों शुरू होए ਹੁਣ ਮੰਨ ਲਓ ਅਸੀਂ ਪਿਛਲੇ ਮੰਨ ਲਓ ਇਹਨਾਂ ਨੂੰ ਮੰਨ ਲੈਂਦੇ ਆਪਾਂ ਅਸੀਂ ਦੋਏ ਜਣੇ ਜਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਰਚਨਾ ਰਚੀ ਅਸੀਂ ਦੋਏ ਜਣੇ ਸਾਨੂੰ ਬਣਾਤਾ ਨਾ ਹੀ ਮਿਲਣਾ ਕੋਈ ਸਜ਼ਾ ਵੀ ਨਹੀਂ ਮਿਲਣੀ ਪਰ ਮੈਂ ਕਿਉਂਕਿ ਹਉਮੈ ਆਪੇ ਲਾਈ ਜਦੋਂ ਉਸ ਜੀਵ ਨੂੰ ਪੈਦਾ ਕੀਤਾ ਵਾਹਿਗੁਰੂ ਨੇ ਹਉਮੈ ਨਾਲ ਲਾਤੀ ਉਸ ਵੇਲੇ ਸਾਨੂੰ ਅਹਿਸਾਸ ਕਰਾਤਾ ਮੈਂ ਹਾਂ ਆਪਣੇ ਆਪ ਦਾ ਜਾਣਕਾਰੀ ਹੁਣ ਅਸੀਂ ਸਾਰੇ ਫੀਲ ਕਰਦੇ ਮੈਂ ਨਹੀਂ ਹੈਗਾ ਇਹ ਆਪਣੇ ਆਪ ਨੂੰ ਫੀਲਿੰਗ ਕਰਦੇ ਆ ਆਈ ਹੈਵ ਆਈ ਐਮ ਸਾਰੇ ਤੁਸੀਂ ਫੀਲ ਕਰਦੇ ਆ ਉਹੀ ਉੱਦਾਂ ਹੀ ਆ ਚੱਲੀਏ ਉਹ ਨਾਲ ਹਾਂਜੀ ਤੇ ਮੈਂ ਹਉਮੈ ਦੇ ਅਧੀਨ ਹੋ ਕੇ ਜਦੋਂ ਹਉਮੈ ਆ ਗਈ ਪੰਜੇ ਵਿਕਾਰ ਵੀ ਆ ਗਏ ਮੈਂ ਹਉਮੈ ਅਧੀਨ ਹੋ ਕੇ ਲੋਭ ਲਾਲਚ ਹੋ ਕੇ ਮੈਂ ਇਹਦੀ ਜਾਂ ਕ੍ਰੋਧ ਬਸ ਹੋ ਕੇ ਮੈਂ ਇਹਨਾਂ ਨੂੰ ਕੁਝ ਬੁਰਾ ਸ਼ਬਦ ਬੋਲਦਾ ਮੇਰਾ ਕੰਮ ਸ਼ੁਰੂ ਹੋ ਗਿਆ ਮੈਨੂੰ ਹੁਣ ਫਲ ਮਿਲਣਾ ਉਸ ਕਰਮ ਦਾ ਉਸ ਕਰਮ ਦੇ ਬਦਲੇ ਹੋਰ ਕਈ ਕਰਮ ਗਾਹਾਂ ਤੇ ਗਾਹਾਂ ਚੱਲਦੇ ਹੀ ਚਲੇ ਜਾਂਦੇ ਆ ਹਉਮੈ ਜਿਉਂ ਵੱਧਦੀ ਜਾਂਦੀ ਆ ਕਰਮ ਨਾ ਜਾ ਚੱਕਰ ਚੱਲ ਪਿਆ ਪਹਿਲਾਂ ਸਾਰੇ ਪਵਿੱਤਰ ਸੀ ਉਹਨਾਂ ਦਾ ਤਾਂ ਉਸੇ ਵੇਲੇ ਮੁਕਤੀ ਜਿਹੜੇ ਪਹਿਲਾਂ ਹੀ ਉਹਦੇ ਨਾਲ ਲੱਗੇ ਰਹੇ ਇਹ ਤੋਂ ਬਚ ਗਏ ਉਸੇ ਵੇਲੇ ਵਾਹਿਗੁਰੂ ਨੇ ਆਪਣੇ ਨਾਮ ਲਾ ਲਿਆ ਆ ਪੁੱਤਰ ਆ ਜਾ ਮਾਇਆ ਵੀ ਉਸੇ ਵੇਲੇ ਲਾਈ ਮਾਇਆ ਜਿਹੜੀ ਆ ਕੀ ਆ ਆਪਾਂ ਨਾਨਕ ਸਾਹਿਬ ਵਿੱਚ ਪੜ੍ਹਦੇ ਰੋਏ ਕਿ ਜਿਤ ਹਾਰ ਵਿਸਰੈ ਇਹ ਮਾਇਆ ਇਹ ਮਾਇਆ ਜਿਤ ਹਾਰ ਵਿਸਰੈ ਮੋਹ ਉਪਜੈ ਭਾਉ ਦੂਜਾ ਪ੍ਰਭੂ ਦੀ ਪ੍ਰੀਤ ਟੁੱਟ ਕੇ ਹੋਰ ਪਾਸੇ ਪਿਆਰ ਲੱਗਣਾ ਮੂਵੀਆਂ ਦੇਖਣੀਆਂ ਜਾਂ ਹਰ ਵੇਲੇ ਇਹਦੇ ਵਿੱਚੇ ਲੱਗੇ ਰਹਿਣਾ ਇਹ ਮਾਇਆ ਹੀ ਆ ਉਹ ਆ ਦੂਜਾ ਪਾਏ ਦੂਜੇ ਪਾਸੇ ਪਿਆਰ ਲੱਗ ਗਿਆ ਨਾਮ ਵਿਸਰ ਗਿਆ ਇਸ ਕਰਕੇ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਨਾਮ ਜਪੀਏ ਨਾਮ ਸਾਨੂੰ ਜਪਣਾ ਇਹੀ ਕਰਮ ਸਾਡਾ ਕੰਮ ਕਰਨਾ ਇੱਕ ਵੱਡੀ ਚੀਜ਼ ਗੁਰੂ ਦਾ ਭੁਲੇਖਾ ਵੀ ਕੱਢਦੇ ਹਾਂ ਥੋੜ੍ਹਾ ਜਿਹਾ ਭਾਵੇਂ ਇਹਦੇ ਵਿੱਚ ਇਹਨਾਂ ਅਟੈਚਮੈਂਟ ਤਾਂ ਹੈ ਕਿਉਂਕਿ ਕਰਮ ਦੇ ਨਾਲ ਗੁਰੂ ਸਾਨੂੰ ਕੱਢਣ ਵਾਲਾ ਆ ਉਹਨੂੰ ਜਾਣਨਾ ਵੀ ਜ਼ਰੂਰੀ ਆ ਗੁਰੂ ਕੌਣ ਆ ਦੱਸੋ ਕੋਈ ਸੱਚਾ ਗੁਰੂ ਪੂਰਾ ਗੁਰੂ ਕੌਣ ਗੁਰੂ ਜਿਹੜਾ ਅੰਧੇਰਾ ਦੂਰ ਕਰ ਦੇਵੇ ਅੰਧੇਰਾ ਦੂਰ ਕਰ ਦਿਆ ਬਸ ਚਾਨਣ ਦੇ ਦੇਵੇ ਹਾਂਜੀ ਅੰਧੇਰਾ ਦੂਰ ਕਰ ਦੇ ਸੇਮ ਥਿੰਗ ਅੰਧੇਰਾ ਹਨੇਰੇ ਚੋਂ ਕੱਢ ਦੇਵੇ ਕਰ ਦੇਵੇ ਬਸ ਹੁਣ ਉਹ ਪੂਰਾ ਗੁਰੂ ਕਿਹੜਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਭਾਵ ਆਪਾਂ ਪੰਜ ਨਾਨਕ ਪਿਆਰੇ। ਜੋਤ ਨੂੰ ਹਾਂਜੀ ਪਾਉਂਦੇ ਹਾਂ। ਹਾਂਜੀ ਜਿਸ ਨੂੰ ਅਕਾਲ ਪੁਰਖ ਨੇ ਥਾਪਿਆ ਉਹ ਗੁਰੂ ਬਾਕੀ ਵਾਹਿਗੁਰੂ ਦੁਨੀਆ 'ਚ ਗੁਰੂ ਬੜੀ ਵਾਹਿਗੁਰੂ ਗੁਰੂ ਦੀ ਅਸਲ ਡੈਫੀਨੇਸ਼ਨ ਗੁਰੂ ਨੂੰ ਆਪਾਂ ਸਮਝਣਾ ਗੁਰੂ ਅਸਲ ਕੌਣ ਜਿਸ ਨੂੰ ਅਕਾਲ ਪੁਰਖ ਨੇ ਗੁਰੂ ਦੀ ਥਾਪਨਾ ਦਿੱਤੀ ਉਹ ਗੁਰੂ ਆ ਉਹ ਪੂਰਾ ਗੁਰੂ ਉਹੀ ਸੱਚਾ ਗੁਰੂ ਬਾਕੀ ਤਾਂ ਆਪੋ ਆਪਣੇ ਬਣਾਇਓ ਆ ਜਾਂ ਅਸੀਂ ਤੇ ਮੰਨ ਲਿਆ ਇੱਕ ਦੂਏ ਨੂੰ ਲੈ ਵੀ ਤੂੰ ਮੇਰਾ ਗੁਰੂ ਮੈਂ ਤੇਰਾ ਚੇਲਾ ਸਮਝੇ ਕਿ ਨਹੀਂ ਤੇ ਅਸੀਂ ਕੱਚਿਆਂ ਦੇ ਮਗਰ ਢੂੰਡ ਕੱਚੜਿਆਂ ਸੀ ਤੋੜ ਢੂੰਡ ਸੰਤ ਪੱਕਿਆਂ ਸੰਤ ਪੱਕਿਆਂ ਦਾ ਮਤਲਬ ਪੂਰਾ ਗੁਰੂ ਕਿਵੇਂ ਗੁਰੂ ਨਾਨਕ ਨੂੰ ਇਹ ਨਾ ਸਮਝੋ ਕਿ ਗੁਰੂ ਨਾਨਕ ਤ੍ਰਿਪਤਾ ਦਾ ਪੁੱਤਰ ਸੀ ਕਾਲੂ ਦਾ ਪੁੱਤਰ ਸੀ ਨਹੀਂ ਗੁਰੂ ਨਾਨਕ ਪਹਿਲਾਂ ਹੀ ਸੀ ਕਿਉਂਕਿ ਭਾਈ ਗੁਰਦਾਸ ਜੀ ਦੀ ਕਹਿੰਦੇ ਗੁਰੂ ਨਾਨਕ ਪ੍ਰਗਟਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪ੍ਰਗਟਿਆ ਦਾ ਮਤਲਬ ਹੁੰਦਾ ਪਹਿਲਾਂ ਸੀਗੀ ਪਰ ਉਹ ਸਾਨੂੰ ਦਿਸਦੀ ਨਹੀਂ ਸੀ ਪਤਾ ਨਹੀਂ ਸੀ ਗੁਪਤ ਸੀ ਪ੍ਰਗਟ ਹੋ ਗਈ ਹਾਂ ਜ਼ਾਹਰ ਹੋ ਗਈ ਜ਼ਾਹਰ ਹੋ ਗਈ ਵਾਹਿਗੁਰੂ ਜਦੋਂ ਪਹਿਲਾਂ ਕੁਛ ਨਹੀਂ ਸੀ ਵਾਹਿਗੁਰੂ ਪਹਿਲਾਂ ਨਿਰੰਕਾਰ ਆਪਣੇ ਆਪ ਸੀ ਹਾਂਜੀ ਤੇ ਜਦੋਂ ਅਕਾਲ ਪੁਰਖ ਦਾ ਪੂਰਨਾ ਹੋਇਆ ਕਿ ਸ੍ਰਿਸ਼ਟੀ ਰਚਨਾ ਸੰਸਾਰ ਰਚਨਾ ਤੇ ਉਹਦੇ ਇੱਕੋ ਫੁਰਨੇ ਸਭ ਕੁਛ ਹੋਇਆ ਪਹਿਲਾਂ ਅਕਾਲ ਪੁਰਖ ਨੇ ਆਪਾਂ ਅਸਲ ਕੇ ਬਾਅਦ ਦੇ ਵਿੱਚੇ ਪਹਿਲਾਂ ਰੋਜ਼ ਪੜ੍ਹਦੇ ਹਾਂ ਆਪੀ ਨੇ आप साथ ਸਾਜੀ ਨੇ ਰਚਿਆ ਨਾਮ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਆ ਆਪੀ ਨੇ ਨਾਮ ਰਚਿਓ ਨਾਮ ਬਸ ਇੱਥੋਂ ਪਤਾ ਲੱਗ ਜਾਣਾ ਸਾਰਾ ਆਪੀ ਨੇ ਆਪ ਨੂੰ ਸਾਜਿਆ ਕਿ ਨਿਰੰਕਾਰ ਤੋਂ ਜੋਤ ਰੂਪ ਧਾਰਨ ਕਰ ਲਿਆ ਜਦੋਂ ਜੋਤ ਰੂਪ ਧਾਰਨ ਕੀਤਾ ਉਸੇ ਵੇਲੇ ਇੱਕ ਆਪਣੀ ਜੋਤ ਦਾ ਅੰਗ ਗੁਰੂ ਨਾਨਕ ਬਣਾਤਾ
ਗੁਰੂ ਜੋਤ ਉਦਣ ਤੋਂ ਚੱਲੀ ਉਹ ਆ ਸ੍ਰਿਸ਼ਟੀ ਤੋਂ ਪਹਿਲਾਂ ਹੀ। ਇਹ ਗੁਰੂ ਨਾਨਕ ਉਹ ਜੋਤ। ਫਿਰ ਆਪਣਾ ਨਾਮ ਰੱਖਿਆ। ਉਹ ਨਾਮ ਉਸ ਵੇਲੇ ਹੀ ਉਸੇ ਗੁਰੂ ਨਾਨਕ ਜੋਤ ਨੂੰ ਜਿਹੜੀ ਬਣਾਈ, ਉਹਨੂੰ ਉਸੇ ਵੇਲੇ ਕਹਿਤਾ ਮੈਂ ਪਾਰਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ। ਉਹ ਪਦਵੀ ਦਿੱਤੀ। ਫਿਰ ਆਪਣਾ ਨਾਮ ਰਚਿਆ। ਉਹ ਨਾਮ ਦੀ ਬਖਸ਼ਿਸ਼ ਗੁਰੂ ਨਾਨਕ ਨੂੰ ਦਿੱਤੀ। ਉਤੋਂ ਗੁਰੂ ਨਾਨਕ ਨੂੰ ਇਹ ਭਗਤ ਭੰਡਾਰ ਸੌਂਪੇ ਗੁਰੂ ਨਾਨਕ ਕੋ। ਗੁਰੂ ਨਾਨਕ ਨੇ ਭਗਤ ਭੰਡਾਰ ਸੌਂਪਿਆ ਤੇ ਉਹ ਵੰਡ ਦਾ ਅੱਜ ਆਇਆ। ਉੱਥੇ ਤੋਠ ਨਹੀਂ ਹੈ, ਹੋਰ ਕੋਈ ਨਾਮ ਨਹੀਂ ਦੇ ਸਕਦਾ। ਉਹਦੇ ਕੋਲ ਜਦ ਦਿੱਤਾ ਹੀ ਹੁਣ ਇਹ ਭੰਡਾਰਾ ਗੁਰੂ ਨਾਨਕ ਨੂੰ ਦੇਤਾ, ਹੋਰ ਕੌਣ ਕਿੱਥੋਂ ਦੇਊਗਾ। ਤੇ ਇਹ ਗੁਰੂ ਨਾਨਕ ਦੀ ਉਹ ਤੋਂ ਬਾਅਦ ਫਿਰ ਇਹ ਚੀਜ਼ ਹੋ ਗਈ, ਨਾਮ ਬਖਸ਼ ਦਿੱਤਾ। ਉਹ ਤੋਂ ਬਾਅਦ ਅਕਾਲ ਪੁਰਖ ਨੇ ਫਿਰ ਜੀਵ ਆਤਮਾਵਾਂ, ਪਹਿਲਾਂ ਦੇਵ ਆਤਮਾਵਾਂ, ਫਿਰ ਇਹ ਸਾਡੀਆਂ ਸੋਲਸ ਬਣਾਈਆਂ। ਸੋਲ ਤੋਂ ਬਾਅਦ ਤੇ ਫਿਰ ਕੁਦਰਤ ਸਾਜੀ ਹੈ। ਫਿਰ ਆ ਕੁਦਰਤ ਰਚਨਾ ਰਚੀ। ਸਾਨੂੰ ਆਪਣਾ ਅੰਸ਼ ਵਿੱਚੋਂ ਬਣਾਇਆ। ਆਪਾਂ ਪੜ੍ਹਦੇ ਹਾਂ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਸਾਡਾ ਮੂਲ ਉਹ ਆ ਅਕਾਲ ਪੁਰਖ। ਉਹਨੇ ਇੱਕ ਸਾਨੂੰ ਵੱਖਰਾ ਕਰ ਦਿੱਤਾ ਆਪਣੇ ਅੰਸ਼ ਵਿੱਚੋਂ, ਆਪਣੀ ਜੋਤ ਵਿੱਚੋਂ ਇੱਕ ਛੋਟੀ ਜਿਹੀ ਕਿਣਕਾ ਉਹਨੂੰ ਅਹਿਸਾਸ ਦਿੱਤਾ ਮੈਂ ਹਾਂ ਆਪਣੀ ਹੋਂਦ ਨੂੰ ਅਸੀਂ ਪੱਖ ਕਰ ਲਿਆ ਅਕਾਲ ਪੁਰਖ ਤੋਂ। ਜਿਹੜੇ ਬਾਕ ਕਰ ਲਿਆ, ਹੁਣ ਮੈਂ ਪਿਤਾ ਦੇ ਕੋਲ ਖੇਡਦਾ, ਮੇਰਾ ਅਕਾਲ ਪੁਰਖ ਮੰਨ ਲਓ ਭਾਈ। ਹੁਣ ਮੈਂ ਇਹਦਾ ਪੁੱਤਰ ਛੋਟਾ ਜਿਹਾ ਇੱਕ ਅੰਸ਼ ਬਣ ਗਿਆ। ਤੇ ਇਹਦੇ ਨਾਲ ਕੀ ਹੋਇਆ, ਮੈਨੂੰ ਇਹ ਨਹੀਂ ਅਹਿਸਾਸ ਕਰਾਤਾ ਹੋਮੇ ਲਾ ਕੇ ਕਿ ਤੂੰ ਹੀ ਹੈਗਾ, ਤੂੰ ਮੇਰਾ ਪੁੱਤਰ ਵਾਂ। ਵਾਹਿਗੁਰੂ। ਮੈਂ ਵੱਖਰਾ ਹੋ ਗਿਆ ਨਾ। ਵਾਹਿਗੁਰੂ। ਪਹਿਲਾਂ ਇਹਦੇ ਵਿੱਚੇ ਸਮਾਇਆ ਸੀ। ਹਾਂਜੀ। ਮੈਨੂੰ ਵੱਖਰੀ ਹੋਂਦ ਲਾਤੀ, ਮੇਰੇ ਨਾਲ ਇੱਕ ਅਹਿਸਾਸ ਕਰਾਤਾ ਹੋਮੇ ਦਾ। ਉਹਦੇ ਬਾਅਦ ਮੇਰੇ ਕੋਲ ਸ਼ਕਤੀਆਂ ਸਾਰੀਆਂ ਸੀ ਅਕਾਲ ਪੁਰਖ ਵਾਲੀਆਂ, ਕਿਉਂਕਿ ਉਹਦਾ ਅੰਸ਼ ਸੀ। ਸਾਰੀਆਂ ਅੰਸ਼ਾਂ ਨਾਲ ਮੈਂ ਇੱਕ ਆਪਣੀ ਸਰੀਰ ਬੋਡੀ ਬਣਾ ਲਈ। ਮੇਰੇ ਵਿੱਚ ਇੱਕ ਖਿਆਲ ਉਪਜਣ ਪਿਆ। ਜਿਉਂ ਖਿਆਲ ਉਪਜਿਆ ਇੱਕ ਉਹ ਕੈਜੂਅਲ ਬੋਡੀ ਬਣ ਗਈ। ਕੈਜੂਅਲ ਨੂੰ ਟਿਕਾਣ ਲਈ ਮੈਂ ਫਿਰ ਕੀ ਕੀਤਾ, ਮੈਂ ਆਪਣਾ ਆਪ ਜਿਹੜਾ ਸੀ ਇੱਕ ਸੂਖਮ ਸਰੀਰ ਧਿਆਨ ਕਰ ਲਿਆ। ਸਾਡੀਆਂ ਸੋਲਾਂ ਨੇ ਆ ਰਚਨਾ ਜੋ ਕੁਛ ਹੈਗੀ ਆ ਇਹ ਅਸੀਂ ਥਾਪਿਓ ਆ, ਹੈ ਨਹੀਂ ਮਿੱਥਿਆ ਸਭ ਕੁਛ। ਅਸੀਂ ਮੰਨ ਲਿਆ ਆ ਕਿ ਮੈਂ ਵੀ ਹੈਗਾ, ਮੈਂ ਬੋਡੀ ਹੈਗੀ ਆ। ਉਹ ਸੂਖਮ ਸਰੀਰ ਤੋਂ ਬਾਅਦ ਸਾਡੀ ਇਹ ਮਨੁੱਖੀ ਸਰੀਰ ਵਾਲੇ ਬਣੇ ਗਾਹਾਂ ਹੌਲੀ ਹੌਲੀ ਕੁਦਰਤ ਨਾਲ ਮਿਲ ਕੇ। ਕੁਦਰਤ ਇੱਕ ਮਾਇਆ ਮੈਟਰ ਨਾਲ ਮਿਲ ਕੇ ਸਾਡੀ ਜੋਤ ਨੇ ਆਹ ਸਰੀਰ ਦਾਨ ਹੌਲੀ ਹੌਲੀ ਕੀਤੇ ਸਾਰੇ। ਇਹ ਸਰਕਲ ਜਦੋਂ ਉਦੋਂ ਪੂਰਾ ਹੋਏਗਾ ਜਦੋਂ ਅਸੀਂ ਨਾਮ ਜਪ ਕੇ ਮੁੜ ਨਾਮ ਦੇ ਵਿੱਚ ਲੀਨ ਹੋਣਾ, ਜਿੱਥੋਂ ਨਾਮੇ ਤੇ ਹੀ ਸਭ ਕੁਛ ਹੋਆ। ਵੀ ਨਾਮ ਨਾ ਜਪ ਸਤਿਗੁਰ ਬਿਨਾ ਨਾਮ ਨਾ ਜਪੇ। ਸੋ ਇਸ ਕਰਕੇ ਨਾਮ ਨੂੰ ਜਪ ਕੇ ਅਸੀਂ ਮੁੜ ਸਰਕਲ ਉੱਥੇ ਪੂਰਾ ਹੋਣਾ। ਜੇ ਅਸੀਂ ਨਹੀਂ ਜਪਾਂਗੇ ਅਸੀਂ ਮੁੜ ਕੇ ਚੱਕਰਾਂ 'ਚ ਫਿਰ ਪੈ ਜਾਣਾ। ਕਿਉਂਕਿ ਅਸੀਂ ਹਾਂਜੀ ਇੱਕ ਨਾਮ ਦੀ ਗੱਲ ਫਿਰ ਅੱਗੇ ਪੁੱਛਣੀ ਸੀ। ਜਿੱਦਾਂ ਆਪਾਂ ਕਹਿੰਦੇ ਅੱਠੇ ਪਿਆਰ ਉੱਦਾਂ ਦਾ ਨਾਮ ਜਪਣਾ, ਹਾਂ, ਪਰ ਜਿਹੜਾ ਅੰਮ੍ਰਿਤ ਵੇਲੇ ਜਪਣਾ ਉਹ ਗੱਲ ਹੋ ਗਈ। ਤੁਸੀਂ ਉਹਦੇ ਬਾਰੇ ਹੁਣ ਆਪਾਂ ਕਈ ਵਾਰੀ ਹੁਕਮਨਾਮੇ ਚੱਲਦਾ। ਹੁਣ ਬਤਾ ਨਾਮ ਨਾ ਬੀਜਿਓ ਨਹੀਂ, ਸੌਰੀ, ਉਹ ਜਿੱਥੇ ਆਉਂਦਾ ਅੰਮ੍ਰਿਤ ਵੇਲੇ ਬਤੇਗਾ ਬੀਜਿਆ ਭਗਤ ਖਾਏ ਖਾਲਚ ਰਹੇ ਖੁੱਟੇ ਨਾ। ਇਸ ਚੀਜ਼ ਦੀ ਸੋਝੀ ਉਹਨਾਂ ਨੂੰ ਹੋਏਗੀ ਜਿਹੜੇ ਸਵੇਰੇ ਉੱਠ ਕੇ ਨਾਮ ਜਪਦੇ ਆ। ਉਸ ਵੇਲੇ ਦਾ ਕੀ ਆ, ਜਿੰਨਾ ਜਪੋਗੇ ਉਹ ਨਾਮ ਤੁਹਾਡੀ ਹਰਕਤ ਵਿੱਚ ਹੋਏਗਾ। ਹਰਕਤ ਹੋਣੀ ਸ਼ੁਰੂ ਹੋ ਜਾਏਗੀ। ਘੱਟੋ ਘੱਟ ਪਹਿਲਾਂ ਤਾਂ ਸਾਨੂੰ ਵੱਧ ਤੋਂ ਵੱਧ ਜਪਣਾ ਚਾਹੀਦਾ। ਜਿੰਨਾ ਨਾਮ ਜਪਦੇ ਆ ਉਹਦੇ ਨਾਲ 8 ਗੁਣਾ ਸਮਾਂ ਤੁਹਾਡਾ ਬੀਤੇਗਾ। ਜੇ 1 ਘੰਟਾ ਨਾਮ ਜਪਿਆ ਤੇ 8 ਘੰਟੇ ਤੁਹਾਡੇ ਅੰਦਰ ਨਾਮ ਚੱਲੇਗੀ, ਮੰਦਮ ਹੋ ਜਾਏਗੀ। ਜਦੋਂ ਤੁਹਾਡਾ ਅਭਿਆਸ ਵੱਧਦਾ ਜਾਏਗਾ, ਕਈ ਵਾਰੀ ਤੁਸੀਂ ਦੇਖਿਆ ਵੀ ਹੋਊਗਾ ਆਪਣੇ ਸਾਰਿਆਂ ਦੇ ਜੀਵਨ ਦੇ ਵਿੱਚ ਕਿ ਕਈ ਵਾਰ ਬੈਠੇ ਹੋਈਦਾ ਪਤਾ ਨਹੀਂ ਲੱਗਦਾ, ਖਿਆਲ ਕਿਤੇ ਉੱਧਰ, ਗੱਲਾਂ ਵੀ ਉੱਧਰ, ਆਪਣੇ ਆਪ ਅੰਦਰੋਂ ਨਾਮ ਜਪਣ ਲੱਗ ਪਿਆ। ਸਿਰਫ ਉਹ ਹਰਕਤ ਤੇਜ਼ ਹੋ ਜਾਂਦੀ ਆ। ਜੇ ਜਪੂਗਾ ਨਹੀਂ ਉਹਨੂੰ ਕਿੱਦਾਂ ਸੋਝੀ ਹੋ। ਭਾਈ ਸਾਹਿਬ ਉਹਨਾਂ ਦੀਆਂ ਕਿਤਾਬਾਂ ਵਿੱਚ ਵੀ ਆਉਂਦਾ ਜੇ 1 ਪਹਿਰ ਇੱਕ ਮਤਲਬ 3 ਘੰਟੇ ਜਪੂਗਾ, ਉਸ 24 ਘੰਟੇ ਦੀ ਚਾਬੀ ਲੱਗ ਜਾਂਦੀ। ਭਾਈ ਸਾਹਿਬ ਉਹਨਾਂ ਦੀਆਂ ਕਿਤਾਬਾਂ ਵਿੱਚ ਵੀ ਆ।
ਪਤਾ ਨਹੀਂ ਹੁੰਦਾ ਉਹ ਕਦ ਨਾਮ ਆਪੇ ਜਪਾਨ ਲੱਗ ਪੈਂਦਾ, ਸਾਨੂੰ ਪਹਿਲਾਂ ਜਪਣਾ ਪੈਣਾ। ਇੱਕ ਕਦਮ ਅੱਗੇ ਹੋਏ ਲੈ ਧਾਰਾ ਮੈਨੂੰ ਬਹੁਤੀ ਕੰਠ ਨਾ ਕੁਛ ਵੀ ਹਾਂਜੀ ਹਾਂਜੀ ਤੇ ਚਾਰ ਨਿਸ਼ਾਨ ਇੱਕ ਹਾਂ ਚਾਰ ਨਿਸ਼ਾਨ ਔਰ ਇੱਕ ਪੈਣਾ। ਇੱਕ ਕਦਮ ਸਾਨੂੰ ਤੁਰਨਾ ਪੈਣਾ, ਭਾਵ ਇੱਕ ਵਾਰੀ ਸਵੇਰੇ ਸ਼ੁਰੂ ਕਰਨਾ ਪੈਣਾ ਤੇ ਫਿਰ ਗਾਹਾਂ ਨਾਮ ਆਪੇ ਜਪਾਣਾ। ਨਾਮ ਨੇ ਤੁਹਾਨੂੰ ਆਪੇ ਜਪਾਣ ਲੱਗ ਪੈਣਾ। ਕਦ ਕੌਣ ਉਠਾਉਣ ਵਾਲਾ ਕੌਣ ਜਪਾਣ ਵਾਲਾ, ਇਹ ਖੇਡ ਵਰਤੂਗੀ ਤੁਹਾਡੇ ਤੇ, ਪਰ ਜੇ ਜਪਾਂਗੇ ਤਾਂ ਸ਼ੁਰੂ ਸਾਨੂੰ ਕਰਨਾ ਹੀ ਪੈਣਾ। ਇੱਕ ਬੱਚਾ ਆਇਆ ਹੁਣ, ਮੰਨ ਲਓ ਛੋਟਾ ਜਿਹਾ ਬੱਚਾ ਹੈ, ਇਹ ਨਿੱਕਾ ਜਿਹਾ ਸੀ, ਇਹਨੂੰ ਸਿੱਧੀ ਸਮਝ ਲਿਆ। ਹੁਣ ਇਹਨੂੰ ਇਹ ਖਾਣਾ ਸਿੱਖ ਲਿਆ, ਮੈਂ ਇਹਨੂੰ ਕਹਿਣਾ ਆ ਜਾ ਪੁੱਤਰ ਆ। ਇਹ ਜੇ ਤੁਰੂਗਾ, ਮੈਂ ਇਹਨੂੰ ਪਤਾ ਮੈਂ ਹੱਥ ਫੜਿਆ ਵਾ, ਇਹਨੂੰ ਪਤਾ ਮੈਂ ਡਿੱਗਣ ਨਹੀਂ ਦੇਣਾ। ਗੁਰੂ ਡਿੱਗਣ ਨਹੀਂ ਦਿੰਦਾ, ਕਦੇ ਉਹਨੂੰ ਫਿਸਲ ਡਿੱਗਣ ਨਹੀਂ ਦੇਊਗਾ, ਉਹਦੇ ਸੱਟ ਨਹੀਂ ਲੱਗਣ ਦਿੰਦਾ, ਬੋਚ ਲੈਂਦਾ, ਉਹਨੂੰ ਰੋਕ ਬਚਾ ਲੈਂਦਾ। ਉਹ ਕਦਮ ਤੁਰੂਗਾ ਤਾਂ ਉਹਨੂੰ ਤੁਰਨਾ ਆ ਜਾਏਗਾ, ਜੇ ਨਹੀਂ ਤੁਰਨਾ ਸੀ ਨਹੀਂ ਕਦਮ ਪੁੱਟੂਗਾ, ਤੁਰਨਾ ਨਹੀਂ ਆਇਆ। ਸਾਡੇ ਉੱਥੇ ਉਦਾਹਰਣ ਹੈ ਜੀ ਕੋਟਲਾ ਪਿੰਡ ਦੀ, ਉਹ ਬੱਚਾ ਤੁਰਿਆ ਹੀ ਨਹੀਂ, ਇੱਕ ਕਦਮ ਵੀ ਨਹੀਂ ਪੱਟਿਆ ਹੀ ਨਹੀਂ, ਜੋ ਲਾ ਚੁੱਕੇ ਉਹ ਮਾਂ ਬਾਪ ਫੇਲ ਹੋ ਗਏ ਨਾ ਤੁਰਨੇ ਕਰਕੇ, ਤੁਰਨੋਂ ਰਹਿ ਗਿਆ। ਮੰਜੇ ਤੇ ਹੀ ਖਿਡੌਣੇ, ਮੰਜੇ ਤੇ ਰੋਟੀ ਸਭ ਕੁਝ ਚੁੱਕ ਕੇ ਟੱਟੀ ਫਿਆ, ਉਹ ਬੱਚਾ ਤੁਰਿਆ ਹੀ ਨਹੀਂ। ਵਾਹਿਗੁਰੂ 8ਵੀਂ ਕਲਾਸ ਤੱਕ ਉਹ ਪੇਪਰ ਵੀ ਚੁੱਕ ਕੇ ਸਾਈਕਲ ਤੇ ਸਕੂਟਰ ਮੋਟਰਸਾਈਕਲ ਤੇ ਉਹਨਾਂ ਨੇ ਸਿੱਖਿਆ। ਉਹਨਾਂ ਨੇ ਪਹਿਲਾਂ ਸੁਝਾਅ ਦਿੱਤਾ ਸੀ, ਤੁਸੀਂ ਜਦੋਂ ਇਹਨੂੰ ਮੰਜੇ ਨਾਲ ਖੜਾ ਕਰ ਦਿਓ, ਉੱਥੇ ਸੱਪ ਛੱਡ ਦਿਓ, ਛੋਟਾ ਜਿਹਾ ਕੋਈ ਬਨੌਟੀ 'ਚ ਲਿਆ ਕੇ ਛੱਡ ਦਿਓ, ਉਹ ਡਰੇਗਾ ਤੁਰੇਗਾ ਬਚੇਗਾ। ਜਾਂ ਕੋਈ ਰੱਸੀ ਨਾਲ ਡੱਡੂ ਬੰਨ੍ਹ ਦਿਓ, ਕੋਈ ਚੂਹਾ ਹੀ ਬੰਨ੍ਹ ਦਿਓ, ਉਹਨੂੰ ਬੰਨ੍ਹ ਕੇ ਉਹ ਉਹਦੇ ਵੱਲ ਨੂੰ ਹੋਊਗਾ, ਉਹ ਤੁਰੂਗਾ ਨਹੀਂ। ਪਰ ਲਾਡ ਨੇ ਉਹਨੂੰ ਇੱਥੇ ਤੇ ਹੀ ਰੱਖ ਲਿਆ, ਵਿਗਾੜ ਡੈਥ ਹੋ ਗਈ, ਬੋਡੀ ਨੇ ਕੰਮ ਨਹੀਂ ਕੀਤਾ। ਅੱਖੀਂ ਉਦਾਹਰਨ ਦੇਖੀ, ਕਿਉਂਕਿ ਮੈਂ ਬਚਪਨ ਤੋਂ ਉਹਨਾਂ ਨੂੰ ਸਾਰਾ ਜਾਣਦਾ ਸੀ। ਸੋ ਇਹ ਹੈਗਾ ਤੁਰਨਾ ਪਏਗਾ, ਉਦਮ ਸਾਨੂੰ ਕਰਨਾ ਪੈਣਾ। ਉਦਮ ਪੜ੍ਹਦੇ ਹਾਂ ਆਪਾਂ, ਹਾਂਜੀ ਅਰਦਾਸ ਕਰਦੇ ਹਾਂ, ਉਦਮ ਕਰੋ ਕਰਾਵੋ ਠਾਕੁਰ। ਇਹ ਸੱਚੇ ਪਾਤਸ਼ਾਹ ਮੈਂ ਉਦਮ ਕਰਾਂ, ਤੁਸੀਂ ਕਰਾਓ, ਵਾਹਿਗੁਰੂ ਮੇਰੀ ਮਦਦ ਕਰੋ। ਹੁਣ ਅਸੀਂ ਪੜ੍ਹ ਦਿੰਦੇ ਹਾਂ ਉਦਮ ਕਰੋ ਕਰਾਵੋ ਠਾਕੁਰ, ਨਹੀਂ ਉੱਥੇ ਉਡਾਇਆ ਪਹਿਲੇ ਵਿੱਚ ਕਰੋ। ਹੁਣ ਨਾਸਕੀ ਬੋਲਣਾ, ਨਾਕ 'ਚ ਮੈਂ ਕਰਾਂ ਉਦਮ, ਤੇ ਜੇ ਕਰੋ ਅਸੀਂ ਪੜ੍ਹਾਂਗੇ ਤੇ ਇਹਦਾ ਮਤਲਬ ਗੁਰੂ ਤੁਸੀਂ ਉਦਮ ਕਰੋ ਤੇ ਕਰਾਵੋ ਵੀ ਤੁਸੀਂ। ਅਸੀਂ ਫਿਰ ਕਿਸ ਕੰਮ ਦੇ ਲੱਗੇ? ਬਾਣੀ ਨੂੰ ਵਿਚਾਰ ਕੇ ਪੜ੍ਹਨਾ, ਜਿੰਨਾ ਧਿਆਨ ਕਿ ਇਸ ਕਰਕੇ ਜਿੱਥੇ ਬਰਬ ਦੇ ਊੜੇ ਨੂੰ ਔਂਕੜ ਆ ਜਾਂਦਾ ਮਗਰੋਂ, ਉਹਨਾਂ ਨੂੰ ਅਸੀਂ ਨੱਕ 'ਚ ਹੀ ਬੋਲ ਕੇ ਪੜ੍ਹੀਏ। ਤੇ ਜਿਹਦਾ ਕੀਰਤਨ ਸੋਹਲੇ ਚਾਹੁੰਦਾ ਕਰੋ ਬੇਨਤੀ ਮੈਂ ਬੇਨਤੀ ਕਰਾਂ, ਤੇ ਸੋ ਹੋਂ ਕੁਰਬਾਨੇ ਜਾਉ ਮਿਹਰਬਾਨਾ ਹੋਂ ਕੁਰਬਾਨੇ ਜਾਉ। ਹੁਣ ਜੇ ਅਸੀਂ ਜਾਉ ਨੂੰ ਮੈਂ ਕੁਰਬਾਨੇ ਤੇਰੇ ਜਾਵਾਂ, ਬਲਿਹਾਰੇ ਜਾਵਾਂ ਤੇਰੇ, ਜੇ ਅਸੀਂ ਕਹੀ ਜਾਵਾਂ ਹੋ ਕੁਰਬਾਨੇ ਜਾਓ, ਤੁਸੀਂ ਅਸੀਂ ਜਨਮ ਨਹੀਂ। ਅਸੀਂ ਬਾਣੀ ਨੂੰ ਜਿਵੇਂ ਸਤਿਗੁਰੂ ਨੇ ਗੁਰਮੁਖ ਪਿਆਰੇ ਪੜ੍ਹਦੇ ਆਏ, ਉੱਦਾਂ ਹੀ ਅਸੀਂ ਜਪੀਏ। ਤੇ ਇਹ ਦੋ ਗੱਲਾਂ ਸਿਰਫ ਬਰਬ ਦੇ ਵਿੱਚ, ਜਿੰਨੇ ਬਰਬ ਹੋਣ ਮਗਰੋਂ ਹਾਹੇ ਨੂੰ ਸਿਆਰੀ ਆ ਜਾਂਦੀ ਆ, ਉਹਨੂੰ ਵੀ ਨਾਸਕੀ ਬੋਲੀਏ, ਸਾਡੀ ਉਹ ਫਿਰ ਠੀਕ ਆ ਜਾਂਦਾ। ਜਿਹੜੇ ਹਾਹੇ ਨੂੰ ਮਗਰੋਂ ਔਂਕੜ ਆ ਜਾਂਦੇ ਆ, ਉਹ ਹੁਕਮੀ ਕਾਰਕ ਹੋ ਗਿਆ, ਭਾਵ ਹੁਕਮ ਉੱਥੇ ਹੁਕਮ ਵਾਂਗੂ ਬੋਲਣਾ। ਉਦਮ ਕਰੋ ਕਰਾਵੋ ਠਾਕੁਰ। ਸਿਮਰੋ ਹਾਂ ਸਿਮਰ ਸੋ ਪਾਵੋ, ਸਿਮਰ ਕਰਕੇ 2-4 ਮਿੰਟ ਚ ਕਨਕਲੂਡ ਕਰ ਦਿਓ ਬਾਪੂ ਜੀ, ਹੋ ਗਿਆ। ਫਿਰ ਉਸ ਤੋਂ ਬਾਅਦ ਲੰਗਰ ਚ ਹੀ ਸਾਰੇ ਡਨ ਹੈ ਠੀਕ ਹੈ ਜੀ। ਜੇ ਕਿਸੇ ਦਾ ਹੋਰ ਕੁਐਸਚਨ ਹੋਵੇ ਨੋਟ ਕਰ ਲਿਓ, ਦੱਸ ਦਿਓ, ਜਦੋਂ ਮਰਜ਼ੀ ਮਿਲੋ, ਦਾ ਸਦਾ ਹੀ ਹਾਜ਼ਰ। ਬੱਚਿਆਂ ਨੂੰ ਇਹੀ ਕਿਉਂਕਿ ਮੈਂ ਇੱਕੋ ਕਹਿਣਾ ਹੁੰਦਾ, ਕੋਈ ਕੁਐਸਚਨ ਕਿਸੇ ਤਰ੍ਹਾਂ ਦਾ ਵੀ ਨਾਮ ਸੰਬੰਧੀ ਜਾਂ ਹੋਰ ਦਾਸ ਇਤਿਹਾਸ ਦਾ ਬਹੁਤਾ ਨਹੀਂ ਜਾਣਕਾਰੀ, ਹੋਰ ਕੋਈ ਕੁਐਸਚਨ। ਬਾਬੂ ਸਿੰਘ ਜੀ ਬਾਰੇ ਤੁਸੀਂ ਦੱਸਿਆ, ਕੋਈ ਸੰਤ ਦੇ ਨਾਮ ਜਾਂ ਕਿ ਬਾਬੂ ਮਲ ਸਿੰਘ ਜੀ, ਬਾਬੂ ਮਲ ਸਿੰਘ। ਉਹ ਕਿਉਂਕਿ ਛੋਟਾ ਜਿਹਾ ਸੰਖੇਪ ਜੀਵਨ। ਬਾਬੂ ਮਲ ਸਿੰਘ ਜੀ 1879 'ਚ ਉਹਨਾਂ ਦਾ ਬਰਥ ਹੋਇਆ। ਉਸ ਤੋਂ ਬਾਅਦ ਉਹ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਅੰਮ੍ਰਿਤ ਦੀ ਦਾਤ ਮਿਲੀ, ਫੌਜ ਵਿੱਚ ਭਰਤੀ ਹੋ ਗਏ। ਤੇ ਜਦੋਂ ਫੌਜ ਵਿੱਚ ਭਰਤੀ ਹੋਏ ਤਾਂ ਉਸ ਵੇਲੇ ਕਰਨਲ ਪਿਆਰਾ ਸਿੰਘ ਜੀ, ਜਿਹੜੇ ਭਾਈ ਸਾਹਿਬ ਉਹਨਾਂ ਤੋਂ ਸ਼ਾਇਦ ਵੱਡੀ ਉਮਰ ਦੇ ਸੀ, ਤੇ ਉਹ ਵੀ ਉਸ ਵੇਲੇ ਫੌਜ ਵਿੱਚ ਕਰਨਲ ਸੀ। ਉਹਨਾਂ ਦਾ ਬੜਾ ਗੁਰ ਸਿੱਖਾਂ ਵਿੱਚ ਪੁਰਾਤਨ ਸਿੰਘ ਜਾਣਦੇ, ਕਿਉਂਕਿ ਅਸੀਂ ਤਾਂ ਨਹੀਂ ਜਾਣਦੇ। ਉਹਨਾਂ ਨੇ ਪਤਾ ਲੱਗਾ ਕਿ ਕੋਈ ਗੁਰਮੁਖ ਪਿਆਰਾ, ਦੇਖੋ ਵੱਡਿਆਂ ਦੀ ਗੱਲ,
ਕਿ ਗੁਰਮੁਖ ਪਿਆਰਾ ਕੋਈ ਰਗਰੂਟ ਭਰਤੀ ਹੋਇਆ। ਅੱਛਾ ਜੀ। ਜਿਲੇ ਉਹਨਾਂ ਨੂੰ ਪਤਾ ਲੱਗਾ ਤੇ ਉਹ ਕਰਨ ਪਿਆਰ ਸਿੰਘ ਖੁਦ ਚੱਲ ਕੇ ਆਏ, ਪੈਦਲ ਚੱਲ ਕੇ ਆਏ, ਗੱਡੀ 'ਚ ਨਹੀਂ ਆਏ। ਵਾਹ ਵਾਹ। ਹਾਂਜੀ ਫਤਿਹ ਬੁਲਾਏ। ਹਾਂਜੀ ਬੜੀ ਖੁਸ਼ੀ ਹੋਈ ਆ ਕਿ ਕੋਈ ਗੁਰਮੁਖ ਪਿਆਰਾ ਸਾਡੀ ਫੌਜ ਵਿੱਚ ਭਰਤੀ ਹੋਇਆ। ਕਿਤੇ ਇੰਗਲੈਂਡ ਦੇ ਵਿੱਚ? ਨਹੀਂ, ਇੱਥੇ ਇੰਡੀਆ ਇੰਡੀਆ 'ਚ। ਉਹ ਤੋਂ ਬਾਅਦ ਦੇਖੋ ਉਹਨਾਂ ਦੀ ਨਿਮਰਤਾ, ਕਰਨਲ ਹੋ ਕੇ ਕਿੱਡਾ ਪੋਸਟ ਤੇ ਇੱਕ ਨਵਾਂ ਰਗਰੂਟ ਹਜੇ ਭਰਤੀ ਹੋਇਆ ਕਿ ਹੱਥ ਜੋੜੇ, ਕਹਿੰਦੇ ਕਿੰਨੇ ਵਜੇ ਉੱਠਦੇ ਆ? ਉਹਨੇ ਕਿਹਾ ਕਿ 3 ਵਜੇ। ਮੈਂ 3 ਵਜੇ ਠੀਕ ਪਹੁੰਚਿਆ ਕਰੂੰਗਾ, ਮੈਂ ਤੁਹਾਡੇ ਕੋਲ ਆ ਕੇ ਆਪਾਂ ਇਕੱਠੇ ਸਿਮਰਨ ਕਰਾਂਗੇ, ਇਕੱਠੇ ਨਿਤਨੇਮ ਕਰਾਂਗੇ। ਹਾਂਜੀ ਉਹ ਕਹਿੰਦੇ ਨਹੀਂ ਤੁਸੀਂ ਤਾਂ ਕਰਨਲ ਸਾਹਿਬ ਹੈ, ਮੈਨੂੰ ਤੁਹਾਡੇ ਕੋਲ ਜਾਣਾ ਚਾਹੀਦਾ, ਤੁਸੀਂ ਮੈਨੂੰ ਆਰਡਰ ਕਰੋ। ਕਹਿੰਦੇ ਨਹੀਂ ਸਾਡਾ ਆਰਡਰ ਹੀ ਇਹ ਹੋਆ ਕਿ ਅਸੀਂ ਤੇਰੇ ਕੋਲ ਆਵਾਂਗੇ, ਇਕੱਠੇ ਸਿਮਰਨ ਕਰਨਾ। ਤੇ 1979 ਚ ਬਾਬੂ ਜੀ ਹੁਣੀ ਮਤਲਬ ਆਪਣਾ ਸਰੀਰ ਤੇ ਆ ਗਿਆ। 1879 ਜਨਮ ਹੋਇਆ ਉਹਨਾਂ ਦਾ? ਹਾਂਜੀ 1879 ਪੂਰੇ 100 ਸਾਲ। ਭਾਈ ਸਾਹਿਬ ਭਾਈ ਰਣਜੀਤ ਸਿੰਘ ਨਾਲ ਸੰਗੀ ਤੇ ਸਾਥੀ ਉਹਨਾਂ ਦੇ ਸੰਗੀ ਸਾਥੀ ਰਹੇ। ਇੱਕ ਦੂਜੇ ਦਾ ਇੱਕ ਮੇਲ ਸੀਗਾ। ਜੇਲ੍ਹ ਦੇ ਵਿੱਚ ਇਕੱਠੇ ਹੋਏ। ਤੇ ਉਹ ਤੋਂ ਬਾਅਦ ਅੰਮ੍ਰਿਤ ਸੰਚਾਰ ਦੇ ਸਮਾਗਮ ਕਿੱਡੇ ਵੱਡੇ ਅਸੀਂ ਸਾਡਾ ਸਿਰ ਝੁਕ ਜਾਂਦਾ ਸੀ। 18 ਘੰਟੇ ਅੰਮ੍ਰਿਤ ਸੰਚਾਰ ਵਿੱਚ ਡਿਊਟੀ ਦੇਣੀ ਹੈ। ਇਸ ਉਮਰ ਵਿੱਚ ਵੀ 92 ਸਾਲ ਦੀ ਉਮਰ ਤੱਕ ਵੀ ਜਾਣੀ ਸਾਰੀ ਉਮਰ ਤੋਂ ਤੱਕ ਉਹ ਸੇਵਾ ਇਹ ਨਿਭਾਉਂਦੇ ਰਹੇ ਸਮਾਗਮ। ਕੀ ਨਾਮ ਸੀਗਾ ਉਹਨਾਂ ਦਾ ਪੂਰਾ? ਬਹੁਮਲ ਸਿੰਘ। ਇਹਨਾਂ ਦੀ ਕੋਈ ਪੁਸਤਕ ਬਾਬੂ ਮਿਲਦੀ? ਇਸ ਕਰਕੇ ਕਹਿੰਦੇ ਸੀ ਫੌਜ ਵਿੱਚ ਉਹਨਾਂ ਨੂੰ ਫਿਰ ਕਲਰਕ ਵਾਲੀ ਪੋਸਟ ਮਿਲ ਗਈ, ਇਸ ਕਰਕੇ ਬਾਬੂ ਜੀ ਕਰਕੇ ਤਾਂ ਉਹਨਾਂ ਦੇ ਨਾਮ ਬਾਲ ਸਿੰਘ ਦਾ ਨਾਮ ਸੀ ਬਹੁਮਲ। ਇਹਨਾਂ ਦੀ ਕੋਈ ਪੁਸਤਕ ਵੀ ਮਿਲਦੀ ਹੈ ਜਿੱਦਾਂ ਇਹਨਾਂ ਦੇ ਜੀਵਨ ਦੀ? ਪੂਰਵ ਜਨਮ ਕੇ ਮਿਲੇ ਸੰਜੋਗੀ। ਉਹ ਭਾਈ ਰਣਜੀਤ ਸਿੰਘ ਜੀ ਦੀ, ਹਾਂ। ਉਹਦੇ ਵਿੱਚ ਥੋੜਾ 4-5 ਹਾਂਜੀ 10 ਇਹਨਾਂ ਦੀ ਆਪਣੀ ਪੁਸਤਕ ਵੀ ਹੈਗੀ ਹੈ ਇਹਨਾਂ ਦੇ ਜੀਵਨ ਦੀ ਕੋਈ? ਉਹਨੇ ਲਿਖੀ ਆ ਭਾਈ ਰਣਜੀਤ ਸਿੰਘ ਜੀ ਨੇ ਲਿਖੀ ਪੂਰਬ ਜਨਮ ਕੇ ਮਿਲੇ ਹਾਂਜੀ, ਸੰਜੋਗੀ, ਹਾਂਜੀ। ਉਹਦੇ ਥੋੜਾ ਜਿਹਾ ਇਤਿਹਾਸ ਹੈ ਇਹਨਾਂ ਦਾ। ਹਾਂਜੀ ਅੱਛਾ। ਤੇ ਉਹਦੇ ਵਿੱਚ ਹੈਗਾ ਕਾਫੀ ਵੈਸੇ ਤਾਂ ਆਪਾਂ ਸੋ- ਬੁੱਕਾਂ ਕਦੋਂ ਲੈ ਕੇ ਵੰਡੀਏ ਜਾਂ ਕਦੋਂ ਤਾਂ ਕਰਕੇ। ਤੇ ਇੱਕ ਇਸ ਤਰ੍ਹਾਂ ਦੇ- ਮੈਂ ਲੈ ਕੇ ਆਇਆ ਹਾਂ ਉਹਨਾਂ ਨੇ ਇੱਕ ਛੋਟਾ ਭਾਈ ਜਿਹਾ ਸਾਹਿਬ ਉਹਨਾਂ ਦੀਆਂ ਕੀਤਾ ਆ, ਕਿਤਾਬਾਂ ਹੈਗੀਆਂ ਸੀਗਾ। ਸੰਖੇਪ ਜੀਵਨਾਂ ਛੋਟੀ ਜਿਹੀ ਆ। ਉਹ ਇਹ ਭਾਈ ਸਾਹਿਬ ਉਹਨਾਂ ਦੇ ਕੋਲ ਇਕੱਠੇ ਹੈਗੀਆਂ, ਜ਼ਰੂਰ ਲੈ ਕੇ ਜਾਓ, ਪੜ੍ਹੋ ਤੇ ਦੂਜਿਆਂ ਨੂੰ ਭਾਈ ਸਾਹਿਬ ਪੜ੍ਹਾਓ। ਰਣਜੀਤ ਸਿੰਘ ਦੇ ਬਾਰੇ ਥੋੜੀ